ਤਾਰੋ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਕੁਲ ਜਨਮਿਓ ਤੂੰ ਮਮ ਦਾਸਾ ਭਗਤ ਕੀਨ ਦ੍ਰਿੜ ਲਖਿਓ ਨਾ ਤਰਾਸਾ ਕੋ ਸੰਦੇਹ ਤੇ ਪਿਤ ਗਤ ਕਾਰੀ ਜਗ ਸਾਗਰ ਕੁਲ 21 ਤਾਰੀ ਜਿਹ ਕੁਲ ਜਨਮਿਓ ਤੂੰ ਮਮ ਦਾਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਘਰਾਂ ਵਿੱਚ ਵੀ ਸੰਗਤਾਂ PTC ਸਿਮਰਨ ਦੇ ਮਾਧਿਅਮ ਰਾਹੀਂ ਗੁਰ ਇਤਿਹਾਸ ਦੀ ਕਥਾ ਸਰਵਣ ਕਰਕੇ ਲਾਭ ਪ੍ਰਾਪਤ ਕਰਦੀਆਂ ਨੇ। ਕੱਲ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਜੀਆਂ ਦੀ ਕਲਿਆਣ ਕਰਤਾ ਸਤਿਗੁਰੂ ਸੁਮੇਰ ਪਰਬਤ ਤੇ ਪਹੁੰਚੇ ਹਨ। ਸਿੱਧਾਂ ਨੂੰ ਉਪਦੇਸ਼ ਦੇ ਕੇ ਅੱਗੇ ਗਏ ਹਨ। ਜਿੱਥੇ ਕਾਗ ਪਸੁੰਡ ਰਿਖੀ ਸੀ ਉਹਨੂੰ ਵੀ ਦਰਸ਼ਨ ਦਿੱਤੇ ਨੇ। ਉਸ ਤੋਂ ਅੱਗੇ ਦੱਤਾਤਰੇ, ਫਿਰ ਮਹਾਰਾਜ ਜਿੱਥੇ ਪ੍ਰਹਿਲਾਦ ਜੀ ਦਾ ਆਸਣ ਹੈ ਉੱਥੇ ਪਹੁੰਚਦੇ ਹਨ। ਭਗਤ ਪ੍ਰਹਿਲਾਦ ਜੀ ਦੇ ਤਾਈਂ ਭਾਈ ਬਾਲਾ ਜੀ ਨੇ ਉਹਨਾਂ ਪਾਸੋਂ ਉਹਨਾਂ ਦੀ ਜੋ ਜੀਵਨ ਕਥਾ ਸੀ ਉਹ ਸੁਣਾਉਣ ਵਾਸਤੇ ਬੇਨਤੀ ਕੀਤੀ ਸੀ। ਜਿਸ ਤਰ੍ਹਾਂ ਉਹਨਾਂ ਨੇ ਆਪਣੀ ਪੂਰਬਲੀ ਕਥਾ ਸੁਣਾਈ ਹੈ ਉਹ ਆਪਾਂ ਪਿਛਲੇ ਪ੍ਰਸੰਗਾਂ ਅੰਦਰ ਸਰਵਣ ਕੀਤੀ ਕਿ ਕਿਸ ਤਰ੍ਹਾਂ ਹਰਨਾਕਸ਼ ਦੇ ਘਰ ਭਗਤ ਪ੍ਰਹਿਲਾਦ ਜੀ ਨੇ ਜਨਮ ਲਿਆ, ਜਿਹੜੇ ਪ੍ਰਭੂ ਦੇ ਅਨੰਨ ਭਗਤ ਸਨ। ਕੇਵਲ ਪਰਮਾਤਮਾ ਦੇ ਸਿਮਰਨ ਦੇ ਵਿੱਚ ਹੀ ਮਨ ਭਿੱਜਿਆ ਸੀ, ਪਰ ਹਰਨਾਕਸ਼ ਤਪ ਕਰਕੇ ਬ੍ਰਹਮ ਲੋਕ ਤੋਂ 12 ਵਾਰ ਲੈ ਕੇ ਆਇਆ ਸੀ। ਇਸ ਗੱਲ ਦਾ ਇਹਨੂੰ ਮਾਣ ਸੀ, ਤਾਂ ਕਰਕੇ ਸਾਰਿਆਂ ਨੂੰ ਕਹਿੰਦਾ ਸੀ ਕਿ ਜਪੋ ਜਲੇ ਹਰਨਾਕਸ਼ ਥਲੇ ਹਰਨਾਕਸ਼। ਪਰ ਭਗਤ ਪ੍ਰਹਿਲਾਦ ਜੀ ਕੇਵਲ ਹਰੀ ਦੇ ਭਗਤ ਸਨ। ਆਪ ਜਿੱਥੇ ਸਿਮਰਨ ਕਰਦੇ ਉੱਥੇ ਦੂਸਰੇ ਬਾਲਕਾਂ ਨੂੰ ਵੀ ਪ੍ਰਭੂ ਦਾ ਸਿਮਰਨ ਕਰਨ ਵਿੱਚ ਲਾਉਂਦੇ ਹਨ। ਸਾਰੇ ਇਹਨਾਂ ਦੇ ਸਾਥੀ ਪ੍ਰਭੂ ਦੇ ਸਿਮਰਨ ਦੇ ਵਿੱਚ ਲੱਗ ਗਏ। ਜਿਸ ਗੱਲ ਤੋਂ ਹਰਨਾਕਸ਼ ਨੂੰ ਕ੍ਰੋਧ ਆਇਆ ਅਤੇ ਬਹੁਤ ਵਾਰ ਸਮਝਾਉਣ ਤੇ ਜਦ ਭਗਤ ਜੀ ਨਾ ਸਮਝਦੇ ਤੇ ਫਿਰ ਹਰਨਾਕਸ਼ ਨੇ ਗੁੱਸੇ ਵਿੱਚ ਆ ਕੇ ਭਰੀ ਸਭਾ ਦੇ ਵਿੱਚ ਤਲਵਾਰ ਮਿਆਨ ਚੋਂ ਤਲਵਾਰ ਤੂੰ ਹੀ ਗੁੱਸੇ ਵਿੱਚ ਆ ਕੇ ਕਿਹਾ, ਦੱਸ ਤੇਰਾ ਹਰੀ ਜਿਹੜਾ ਹੈ ਉਹ ਇਸ ਥੰਮ ਵਿੱਚ ਵੀ ਹੈ? ਭਗਤ ਜੀ ਕਹਿਣ ਲੱਗੇ, ਬਿਲਕੁਲ ਹੈ। ਤੁਹਾਨੂੰ ਤਾਂ ਨਹੀਂ ਦਿਸਦਾ ਕਿ ਤੁਹਾਡੇ ਨੇਤਰਾਂ ਦੇ ਵਿੱਚ ਭਰਮ ਹੈ।
ਕ੍ਰੋਧ ਵਿੱਚ ਆ ਕੇ ਤਲਵਾਰ ਦਾ ਮੁੱਠਾ ਥੰਮ ਦੇ ਉੱਤੇ ਜ਼ੋਰ ਨਾਲ ਮਾਰਿਆ। ਉਸ ਥੰਮ ਦੇ ਵਿੱਚੋਂ ਨਰਸਿੰਘ ਰੂਪ ਧਾਰਨ ਕਰਕੇ ਪ੍ਰਗਟ ਹੋਏ ਹਨ। ਭਗਤ ਕਬੀਰ ਸਾਹਿਬ ਬਾਣੀ ਅੰਦਰ ਲਿਖਦੇ ਹਨ, ਪ੍ਰਭ ਥੰਮ ਤੇ ਨਿਕਸੈ ਕੈ ਵਿਸਥਾਰ, ਹਰਨਾਕਸ਼ ਛੇਦਿਓ ਨਖ ਬਿਦਾਰ। ਉਸ ਥੰਮ ਦੇ ਵਿੱਚੋਂ ਪ੍ਰਗਟ ਹੋਏ। ਹਰਨਾਕਸ਼ ਨੇ ਸੋਚਿਆ ਕਿ ਮੈਨੂੰ ਤਾਂ ਵਰ ਮਿਲੇ ਹਨ। ਸਾਰੇ ਦੈਂਤ ਭੱਜਣ ਲੱਗ ਪਏ। ਮਾਨ ਦਾ ਭਰਿਆ ਹਰਨਾਕਸ਼ ਗਦਾ ਲੈ ਕੇ ਸਾਹਮਣੇ ਆਇਆ। ਕੁਝ ਵਾਰ ਕੀਤੇ, ਪਹਿਲਾਂ ਫੜ ਲਿਆ, ਫਿਰ ਲੀਲਾ ਕਰਨ ਵਾਸਤੇ ਉਸ ਨੂੰ ਛੱਡ ਦਿੱਤਾ। ਫਿਰ ਇੱਕ ਹੱਥ ਵਿੱਚ ਤਲਵਾਰ ਅਤੇ ਢਾਲ ਲੈ ਕੇ ਸਾਹਮਣੇ ਆਇਆ। ਫਿਰ ਨਰਸਿੰਘ ਜੀ ਨੇ ਇਹਨੂੰ ਫੜਿਆ। ਬੜੇ ਯਤਨ ਕੀਤੇ ਹਰਨਾਕਸ਼ ਨੇ ਛੁੱਟਣ ਦੇ। ਆਪਣੇ ਪੱਟਾਂ ਉੱਤੇ ਧਰ ਕੇ ਜਿਹੜੇ ਨੇ ਵਾਰਾਂ ਵਾਰ ਲਏ ਸਨ, ਨਾ ਦਿਨੇ ਮਰਾ ਨਾ ਰਾਤ ਨੂੰ, ਨਾ ਬਾਹਰ ਮਰਾ ਨਾ ਅੰਦਰ, ਨਾ ਕਿਸੇ ਸ਼ਸਤਰ ਨਾਲ, ਨਾ ਅਸਤਰ ਨਾਲ, ਨਾ ਮਨੁੱਖ ਤੋਂ, ਨਾ ਜਾਨਵਰ ਤੋਂ। ਵਾਰਾਂ ਵਾਰ ਪੂਰੇ ਕਰਦਿਆਂ ਹੋਇਆਂ ਪੱਟਾਂ ਦੇ ਉੱਤੇ ਰੱਖ ਕੇ ਪੁੱਛਿਆ ਸੀ, ਦੱਸ ਹੁਣ ਦਿਨ ਹੈ ਕਿ ਰਾਤ? ਕਹਿਣ ਲੱਗਾ ਨਾ ਦਿਨ ਨਾ ਰਾਤ, ਵਿਚਲਾ ਸਮਾਂ ਸੀ। ਕਹਿਣ ਲੱਗੇ ਦੱਸ ਧਰਤੀ ਤੇ ਹੈ ਕਿ ਆਕਾਸ਼ ਤੇ? ਪੱਟਾਂ ਤੇ ਧਰਿਆ ਸੀ। ਕਹਿਣ ਲੱਗਾ ਨਾ ਧਰਤੀ ਤੇ ਨਾ ਆਕਾਸ਼ ਤੇ। ਪੁੱਛਦੇ ਹਨ ਕਿ ਮਨੁੱਖ ਹਾਂ ਕਿ ਜਾਨਵਰ? ਨਰਸਿੰਘ ਰੂਪ ਸੀ ਨਾ। ਕਹਿਣ ਲੱਗਾ ਨਾ ਮਨੁੱਖ ਨਾ ਜਾਨਵਰ। ਪੁੱਛਿਆ ਕਿ ਮੇਰੇ ਕੋਲ ਕੋਈ ਸ਼ਸਤਰ ਤਾਂ ਨਹੀਂ? ਕਹਿਣ ਲੱਗਾ ਨਹੀਂ। ਉਸ ਵੇਲੇ ਆਪਣੀਆਂ ਨੌਂਦਰਾਂ ਦੇ ਨਾਲ ਹਰਨਾਕਸ਼ ਨੂੰ ਪੇਟੋਂ ਪਾੜ ਦਿੱਤਾ। ਇਸ ਤਰ੍ਹਾਂ ਹਰਨਾਕਸ਼ ਦਾ ਵੱਧ ਕੀਤਾ, ਉਹਦਾ ਖਾਤਮਾ ਕੀਤਾ। ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਸੋ ਇਹਨਾਂ ਦਾ ਖਾਤਮਾ ਕਰਕੇ ਇਹਨੇ ਵੀਰ ਰਸ ਵਿੱਚ ਆਏ ਕਿ ਇਹਦੀਆਂ ਆਂਦਰਾਂ ਕੱਢ ਕੇ ਆਪਣੇ ਗਲੇ ਵਿੱਚ ਪਾ ਲਈਆਂ। ਸਾਰੇ ਦੈਂਤ ਨੌਹਾਂ ਦੇ ਰੂਪੀ ਸ਼ਸਤਰਾਂ ਦੇ ਨਾਲ ਮਾਰ ਮੁਕਾਏ। ਫਿਰ ਵੀ ਵੀਰ ਰਸ ਸ਼ਾਂਤ ਨਹੀਂ ਸੀ ਹੁੰਦਾ। ਜਦੋਂ ਆਪਣੇ ਸਿੰਘਾਸਨ ਤੇ ਬੈਠੇ ਨੇ, ਫਿਰ ਸਾਰੇ ਦੇਵਤੇ ਚੱਲ ਕੇ ਜਾਂਦੇ, ਪਰ ਹਿੰਮਤ ਨਹੀਂ ਸੀ ਪੈਂਦੀ ਕਿ ਕੋਲ ਜਾ ਕੇ ਕੋਈ ਇਹਨਾਂ ਨੂੰ ਸ਼ਾਂਤ ਕਰ ਸਕੇ। ਸਾਰੇ ਦੇਵਤਿਆਂ ਨੇ ਫਿਰ ਪ੍ਰਹਿਲਾਦ ਜੀ ਨੂੰ ਬੇਨਤੀ ਕੀਤੀ ਕਿ ਹੁਣ ਤੁਹਾਡੇ ਕਰਕੇ ਇਹਨਾਂ ਨੇ ਸਰੂਪ ਧਾਰਿਆ ਹੈ, ਕਿਰਪਾ ਕਰਕੇ ਇਹਨਾਂ ਨੂੰ ਸ਼ਾਂਤ ਕਰੋ। ਭਗਤ ਜੀ ਕਹਿੰਦੇ ਫਿਰ ਮੈਂ ਜਾ ਕੇ ਚਰਨਾਂ ਤੇ ਡੰਡੌਤ ਕੀਤੀ। ਬੜੇ ਪਿਆਰ ਦੇ ਨਾਲ ਮੇਰੇ ਸਿਰ ਤੇ ਹੱਥ ਫੇਰਿਆ, ਮੱਥੇ ਨੂੰ ਪਲੋਸਿਆ। ਮੈਂ ਬੇਨਤੀਆਂ ਕੀਤੀਆਂ ਕਿ ਆਪ ਜੀ ਦਾ ਅੰਤ ਤੇ ਬ੍ਰਹਮਾ ਵਰਗੇ ਦੇਵਤੇ ਵੀ ਨਹੀਂ ਪਾ ਸਕਦੇ। ਮੈਂ ਤਾਂ ਦੈਂਤ ਪੁੱਤਰ ਹਾਂ, ਮੇਰੇ ਵਿੱਚ ਕੀ ਸਮਰੱਥਾ ਹੈ ਤੁਹਾਡਾ ਅੰਤ ਪਾਵਾਂ? ਪਰ ਮੈਂ ਇੱਕ ਗੱਲ ਜਾਣਦਾ ਕਿ ਭਾਵੇਂ ਉੱਚੀ ਕੁਲ ਵਾਲੇ ਵਿੱਚ 10 ਗੁਣ ਵੀ ਹੋਣ ਨਾ, ਤੇ ਜੇ ਭਗਤੀ ਨਹੀਂ ਤੇ ਉਹ ਗੁਣ ਵੀ ਜਿਹੜੇ ਨੇ ਉਹ ਪਾਪਾਂ ਵੱਲ ਲੈ ਜਾਂਦੇ ਨੇ। ਪਰ ਜੇ ਕੋਈ ਚੰਡਾਲ ਦੇ ਘਰ ਜਨਮਿਆ ਪ੍ਰਭੂ ਭਗਤ ਹੋਵੇ ਤੇ ਤੁਸੀਂ ਉਹਦੀ ਭਗਤੀ ਤੋਂ ਪ੍ਰਸੰਨ ਹੋ ਜਾਂਦੇ ਹੋ। ਕਹਿੰਦੇ ਇਸ ਤਰ੍ਹਾਂ ਸੁਣ ਕੇ ਪ੍ਰਭੂ ਨੇ ਬੜੀ ਕਿਰਪਾ ਕੀਤੀ। ਕਹਿਣ ਲੱਗੇ ਮੰਗ, ਕੀ ਮੰਗਦਾ ਹੈ? ਤੈਨੂੰ ਅਸੀਂ ਕੁਝ ਦੇ ਕੇ ਜਾਵਾਂਗੇ। ਭਗਤ ਜੀ ਕਹਿਣ ਲੱਗੇ ਮੈਂ ਤਾਂ ਇਹੋ ਬੇਨਤੀ ਕੀਤੀ ਹੈ ਕਿ ਮੇਰੇ ਅੰਦਰ ਹੁਣ ਮੰਗਣ ਵਾਸਤੇ ਜਿਹੜੀ ਮੰਗਣ ਵਾਲੀ ਬਿਰਤੀ ਸੀ ਉਹੀ ਮੁਕਾ ਦਿੱਤੀ ਆਪ ਨੇ। ਫਿਰ ਕਹਿਣ ਲੱਗੇ ਅਸੀਂ ਤੈਨੂੰ ਕੁਝ ਦੇਣਾ ਹੈ ਤਾਂ ਪ੍ਰਸੰਨ ਹੋਵਾਂਗੇ। ਕਹਿੰਦੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੰਗਣ ਵਾਲੀ ਬਿਰਤੀ ਹੀ ਮੁੱਕ ਜਾਵੇ। ਬੜੇ ਪ੍ਰਸੰਨ ਹੋਏ। ਕਹਿਣ ਲੱਗੇ ਦੋਨਾਂ ਲੋਕਾਂ ਦੇ ਤੈਨੂੰ ਰਾਜ ਦਿੱਤੇ, ਲੋਕ ਦੇ ਤੇ ਪਰਲੋਕ ਦੇ। ਸਦਾ ਲਈ ਤੂੰ ਇਹ ਰਾਜ ਭਾਗ ਮਾਣੇਗਾ। ਸੋ ਉਸ ਤੋਂ ਬਾਅਦ ਕਹਿੰਦੇ ਮੈਂ ਬੇਨਤੀ ਕੀਤੀ ਕਿ ਆਪ ਜੇ ਤੁਰ ਉੱਠੇ ਹੋ ਨਾ ਤੇ ਮਹਾਰਾਜ ਇੱਕ ਕਿਰਪਾ ਕਰੋ। ਮੇਰਾ ਪਿਤਾ ਜਿਹੜਾ ਉਹ ਦੈਂਤ ਸੀ, ਉਸ ਕੋਲ ਇੰਨੀ ਮੱਤ ਨਹੀਂ ਸੀ, ਭੈੜੀ ਮੱਤ ਵਾਲਾ ਸੀ। ਸਾਰੀ ਉਮਰ ਤੁਹਾਡੀ ਨਿੰਦਿਆ ਕਰਦਾ ਰਿਹਾ, ਨਿਰਾਦਰ ਕਰਦਾ ਰਿਹਾ। ਪਰ ਮਹਾਰਾਜ ਤੁਸੀਂ ਕਿਰਪਾਲੂ ਹੋ ਨਾ, ਤੁਹਾਡਾ ਸੁਭਾਅ ਹੈ, ਤੁਹਾਡਾ ਬਿਰਧ ਹੈ ਕਿ ਤੁਸੀਂ ਪਤਤਾ ਨੂੰ ਵੀ ਪਾਵਨ ਕਰ ਦਿੰਦੇ ਹੋ। ਬਾਣੀ ਦੇ ਅੰਦਰ ਵੀ ਆਪਾਂ ਬਚਨ ਪੜ੍ਹਦੇ ਹਾਂ, ਜਾਓ ਪੈ ਹਮ ਨਹਿ ਪਾਪ ਕਰੰਤਾ, ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਸੋ ਕਿਰਪਾ ਕਰੋ, ਆਪ ਰਹਿਮਤ ਕਰੋ, ਮੇਰੇ ਪਿਤਾ ਨੂੰ ਬਖਸ਼ ਦਿਓ। ਜਿਸ ਤਰ੍ਹਾਂ ਨਰਸਿੰਘ ਜੀ ਪ੍ਰਸੰਨ ਹੋ ਕੇ ਬਖਸ਼ਿਸ਼ਾਂ ਦੇਣਗੇ ਕਿ ਭਗਤ ਦੀਆਂ 33 ਕੁਲਾਂ ਤਰਦੀਆਂ ਨੇ, ਜਿਹਦੇ ਵਿੱਚ ਤੇਰਾ ਪਿਤਾ ਵੀ ਤਰਿਆ ਹੈ। ਭਗਤ ਪ੍ਰਹਿਲਾਦ ਜੀ ਦੀ ਭਗਤੀ ਸਦਕਾ ਇਹ ਆਪਣੀ ਹੀ ਮਾਲਕ ਦੀ ਲੀਲਾ ਸੀ ਕਿ ਜਿਸ ਤਰ੍ਹਾਂ ਸੰਸਾਰ ਨੂੰ ਦਿਖਾਉਣ ਵਾਸਤੇ ਕਿ ਭਾਵੇਂ ਕੋਈ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਬ੍ਰਹਮ ਲੋਕ ਤੋਂ ਵਰ ਲੈ ਕੇ ਕਿਉਂ ਨਾ ਆਇਆ ਹੋਵੇ ਕਿ ਮੈਂ ਮਰਾਂਗਾ ਨਹੀਂ, ਪਰ ਸਾਰਿਆਂ ਦਾ ਕਾਲ ਕੌਣ ਹੈ? ਉਹ ਪਰਮਾਤਮਾ ਆਪ ਹੈ ਕਿ ਕਾਲਨ ਹੂੰ ਕਿ ਕਾਲ ਹੋ। ਉਹ ਮਾਲਕ ਤਾਂ ਕਾਲ ਦਾ ਵੀ ਕਾਲ ਰੂਪ ਆਪ ਹੈ। ਸੋ ਜਿਸ ਤਰ੍ਹਾਂ ਕਿ ਲੜੀਵਾਰ ਕਥਾ ਆ ਰਹੀ ਹੈ, ਮਹਾਰਾਜ ਇੱਥੋਂ ਫਿਰ ਅੱਗੇ ਜਾਣਗੇ।
ਭਗਤ ਧਰੂ ਜੀ ਦਾ ਜਿੱਥੇ ਆਸਣ ਹੈ ਉੱਥੇ ਪਹੁੰਚਦੇ ਨੇ। ਸਾਰਾ ਇਤਿਹਾਸ ਮਹਾਰਾਜ ਆਪ ਦੱਸਣਗੇ। ਉਹ ਪ੍ਰਸੰਗ ਅੱਗੇ ਆ ਰਿਹਾ ਹੈ। ਆਓ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜੀਏ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਦਾ ਧਰੀਏ ਧਿਆਨ। ਮਹਾਰਾਜ ਜੀਆਂ ਨੂੰ ਆਪਣਾ ਸੀਸ ਝੁਕਾਉਂਦਿਆਂ ਹੋਇਆਂ ਅਦਬ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਕੁਲ ਜਨਮਿਓ ਤੂੰ ਮਮ ਦਾਸਾ। ਕਹਿਣ ਲੱਗੇ ਐ ਪ੍ਰਹਿਲਾਦ, ਜਿਸ ਕੁਲ ਦੇ ਵਿੱਚ ਤੂੰ ਜਨਮਿਆ ਹੈ ਤੇ ਉਸ ਕੁਲ ਦੇ ਵਿੱਚ ਜਨਮ ਲੈ ਕੇ ਤੂੰ ਸਾਡੀ ਭਗਤੀ ਕੀਤੀ ਹੈ। ਭਗਤ ਕੀਨ ਦ੍ਰਿੜ ਲਖਿਓ ਨਾ ਤਰਾਸਾ। ਭਗਤੀ ਕੀਤੀ ਹੈ ਤੇ ਕਿਸੇ ਦਾ ਭੈ ਨਹੀਂ ਮੰਨਿਆ। ਭਾਵੇਂ ਬੜਾ ਡਰ ਦਿੱਤਾ ਸੀ ਬ੍ਰਹਮਾ ਇਸ ਨੇ, ਹਰਨਾਕਸ਼ ਨੇ ਕਈ ਤਰ੍ਹਾਂ ਦੇ ਯਤਨ ਕੀਤੇ। ਅੱਗ ਦੇ ਵਿੱਚ ਸਾੜਨ ਦਾ ਯਤਨ ਕੀਤਾ, ਪਹਾੜ ਤੋਂ ਸੁੱਟ ਕੇ ਮਾਰਨ ਦਾ ਯਤਨ ਕੀਤਾ, ਪਾਣੀ ਵਿੱਚ ਡੋਬਣ ਦਾ ਯਤਨ ਕੀਤਾ, ਕਈ ਤਰ੍ਹਾਂ ਦੇ ਜ਼ਹਿਰੀਲੇ ਜਾਨਵਰਾਂ ਤੋਂ ਡੰਗ ਮਰਾਇਆ, ਪਰ ਫਿਰ ਵੀ ਉਹਨਾਂ ਨੇ ਪਰਮਾਤਮਾ ਨੇ ਰੱਖਿਆ ਕੀਤੀ। ਕਹਿਣ ਲੱਗੇ ਬਿਨਾਂ ਭੈ ਤੋਂ ਹੋ ਕੇ ਤੂੰ ਸਾਡੀ ਭਗਤੀ ਕੀਤੀ ਹੈ। ਕੋ ਸੰਦੇਹ ਤੇ ਪਿਤਗਤ ਕਾਰੀ। ਹੁਣ ਤੈਨੂੰ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਹੀਂ ਰੱਖਣਾ ਚਾਹੀਦਾ ਕਿ ਤੇਰੀ ਪਿਤਾ ਦੀ ਕਲਿਆਣ ਨਹੀਂ ਹੋਵੇਗੀ। ਜਗ ਸਾਗਰ ਕੁਲ 21 ਸਤਾਰੀ। ਸੰਸਾਰ ਸਾਗਰ ਅੰਦਰ ਭਗਤ ਦੀਆਂ 21 ਕੁਲਾਂ ਤਰਦੀਆਂ ਨੇ, ਜਿਹਦਾ ਜ਼ਿਕਰ ਆਪਾਂ ਬਾਣੀ ਅੰਦਰ ਵੀ ਪੜ੍ਹਦੇ ਹਾਂ। 7 ਸਹੁਰੇ ਪਰਿਵਾਰ ਦੀਆਂ, 7 ਨਾਨਕਿਆਂ ਦੀਆਂ, 7 ਦਾਦਕਿਆਂ ਦੀਆਂ। ਇਉਂ ਸੰਸਾਰ ਸਾਗਰ ਅੰਦਰ ਤਾਂ ਭਗਤ ਦੀਆਂ 21 ਕੁਲਾਂ ਤਰਦੀਆਂ ਨੇ। ਅਸ ਕਹਿ ਦੀਨ ਰਾਜ ਅਬ ਖੇਕਾ। ਇਸ ਤਰ੍ਹਾਂ ਕਹਿ ਕੇ ਤੇ ਜਿਹੜਾ ਰਾਜ ਦਾ ਤਿਲਕ ਸੀ ਉਹ ਆਪ ਆਪਣੇ ਹੱਥੀਂ ਪ੍ਰਭੂ ਨੇ ਦਿੱਤਾ ਹੈ। ਲੋਕ ਤਾਂ ਇੱਕ ਦੂਜੇ ਨੂੰ ਮਾਰ ਕੇ ਬੜੇ ਯਤਨਾਂ ਦੇ ਨਾਲ ਕਿਸੇ ਦਾ ਰਾਜ ਖੋਹਦੇ ਨੇ ਨਾ। ਕਹਿੰਦੇ ਪ੍ਰਮਾਤਮਾ ਆਪਣੇ ਭਗਤਾਂ ਨੂੰ ਆਪ ਰਾਜ ਦਿੰਦਾ ਹੈ। ਪ੍ਰਹਿਲਾਦ ਜੀ ਨੇ ਕੋਈ ਯਤਨ ਨਹੀਂ ਕੀਤਾ ਕਿ ਮੈਨੂੰ ਰਾਜ ਮਿਲ ਜਾਵੇ। ਕੇਵਲ ਉਹ ਪ੍ਰਮਾਤਮਾ ਦੀ ਆਰਾਧਨਾ ਕੀਤੀ ਤੇ ਕੈਸਾ ਰਾਜ ਮਿਲਿਆ। ਲੋਕ ਤਾਂ ਇੱਕ ਦੂਜੇ ਨੂੰ ਮਾਰ ਕੇ ਕਿਸੇ ਤੋਂ ਰਾਜ ਭਾਗ ਖੋਣਗੇ ਤੇ ਉਹ ਰਾਜ ਭਾਗ ਕੁਝ ਸਾਲਾਂ ਲਈ ਕਰਦੇ, ਪਰ ਜਿਹੜਾ ਭਗਤ ਪ੍ਰਹਿਲਾਦ ਨੂੰ ਰਾਜ ਪ੍ਰਮਾਤਮਾ ਨੇ ਪ੍ਰਭੂ ਨੇ ਦਿੱਤਾ ਹੈ ਇਹ ਤਾਂ ਅਬਚਲ ਰਾਜ ਦਿੱਤਾ ਹੈ, ਲੋਕ ਦਾ ਤੇ ਪਰਲੋਕ ਦਾ। ਪਰਲੋਕ ਵਿੱਚ ਵੀ ਭਗਤ ਜੀ ਅੱਜ ਬੈਠੇ ਰਾਜ ਕਮਾ ਰਹੇ ਹਨ। ਸਤਿਗੁਰਾਂ ਨੇ ਪਾਵਨ ਬਾਣੀ ਅੰਦਰ ਰਹਿਮਤਾਂ ਕੀਤੀਆਂ ਨੇ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਰਾਜਾ ਉਹ ਹੁੰਦਾ ਹੈ ਜਿਹਦਾ ਸਤਕਾਰ ਦੇ ਨਾਲ ਰਹਿੰਦੀ ਦੁਨੀਆ ਤੱਕ ਨਾਮ ਰਹੇ। ਭਗਤ ਪ੍ਰਹਿਲਾਦ ਜੀ ਦਾ, ਭਗਤ ਧਰੂ ਜੀ ਦਾ ਨਾਮ ਜੁਗੋ ਜੁਗ ਵਾਸਤੇ ਅਟਲ ਹੈ। ਕਹਿਣ ਲੱਗੇ ਫਿਰ ਆਪਣੇ ਹੱਥੀਂ ਪ੍ਰਸੰਨ ਹੋ ਕੇ ਭਗਤ ਪ੍ਰਹਿਲਾਦ ਨੂੰ ਰਾਜ ਦਾ ਤਿਲਕ ਦਿੱਤਾ ਹੈ। ਕਿਰਪਾ ਧਾਰ ਮੁਝ ਸਹਿਤ ਬਿਬੇਕਾ। ਕਿਰਪਾ ਧਾਰ ਕੇ ਮੈਨੂੰ ਗਿਆਨ ਦੇ ਸਹਿਤ। ਬਹੁਰੋ ਸ੍ਰੀ ਨਰ ਸਿੰਘ ਮਹਾਨਾ। ਫਿਰ ਜਿਹੜੇ ਨਰ ਸਿੰਘ ਰੂਪ ਧਾਰ ਕੇ ਆਏ ਸਨ, ਸਭ ਦੇਖਤ ਪਏ ਅੰਤਰ ਧਿਆਨਾ। ਦੇਖਦਿਆਂ ਦੇਖਦਿਆਂ ਅੰਤਰ ਧਿਆਨ ਹੋ ਗਏ। ਬਸ ਇੰਨਾ ਕੀ ਕੰਮ ਸੀ, ਹਰਨਾਕਸ਼ ਦਾ ਵੱਧ ਕਰਨਾ ਜਿਹੜਾ ਸੰਤਾਂ ਨੂੰ ਭਗਤਾਂ ਨੂੰ ਦੁੱਖ ਦਿੰਦਾ ਸੀ, ਤੇ ਇਸ ਦਾ ਅੰਤ ਕਰਨ ਵਾਸਤੇ ਹੀ ਉਹ ਜਿਹੜਾ ਅਵਤਾਰ ਧਾਰਿਆ ਸੀ ਜਿਹਨੂੰ ਨਰਸਿੰਘ ਅਵਤਾਰ ਕਹਿੰਦੇ। ਥੰਮ ਤੋਂ ਹੀ ਪ੍ਰਗਟ ਹੋਏ ਨੇ, ਉਥੋਂ ਪ੍ਰਗਟ ਹੋ ਕੇ ਨਰਸਿੰਘ ਦਾ ਵੱਧ ਕਰਕੇ ਭਗਤ ਪ੍ਰਹਿਲਾਦ ਨੂੰ ਲੋਕ ਪਰਲੋਕ ਦਾ ਰਾਜ ਦੇ ਕੇ, ਰਾਜ ਤਿਲਕ ਦੇ ਕੇ ਫਿਰ ਦੇਖਦਿਆਂ ਦੇਖਦਿਆਂ ਸਾਰਿਆਂ ਦੇ ਅੰਤਰ ਧਿਆਨ ਹੋ ਗਏ। ਸੋ ਪ੍ਰਭ ਅਬ ਕਲ ਕਾਲ ਮਝਾਰਾ। ਉਹ ਪ੍ਰਭੂ ਹੁਣ ਕਲਯੁਗ ਦੇ ਸਮੇਂ ਅੰਦਰ ਭਗਤ ਸਰੂਪ ਧਰਿਓ ਅਵਤਾਰਾ। ਭਗਤੀ ਦਾ ਸਰੂਪ ਧਾਰਨ ਕੀਤਾ ਹੈ। ਨਰਮਲੀਨ ਅਗ ਪੀਨ ਨਿਹਾਰੇ। ਜਿਹੜੇ ਮਲੀਨ ਮਨੁੱਖ ਹਨ, ਪਾਪਾਂ ਦੇ ਨਾਲ ਭਰੇ ਹੋਏ ਜਦੋਂ ਦੇਖੇ ਨੇ, ਤਿਨਹਿ ਬਤਾਵਨ ਪੰਥ ਸੁਧਾਰੇ। ਉਹਨਾਂ ਨੂੰ ਸੁਖਾਲਾ ਪੰਥ ਰਸਤਾ ਦੱਸਣ ਵਾਸਤੇ ਦਾਸ ਜਾਨ ਮੁਝ ਦਰਸ਼ਨ ਦੀਨਾ। ਪ੍ਰਹਿਲਾਦ ਜੀ ਕਹਿੰਦੇ ਮੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਆਪਣਾ ਸੇਵਕ ਜਾਣ ਕੇ ਨਾ ਦਰਸ਼ਨ ਦਿੱਤਾ ਹੈ। ਸਮਝ ਗਏ ਕਿ ਜਿਨ੍ਹਾਂ ਨੇ ਉਦੋਂ ਨਰਸਿੰਘ ਰੂਪ ਧਾਰ ਕੇ ਮੇਰੀ ਰੱਖਿਆ ਕੀਤੀ ਸੀ, ਅੱਜ ਭਗਤੀ ਦਾ ਰੂਪ ਧਾਰਨ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਆਏ ਹੋ ਤੇ ਮੈਨੂੰ ਆਪਣਾ ਦਾਸ ਜਾਣ ਕੇ, ਸੇਵਕ ਜਾਣ ਕੇ ਮੈਨੂੰ ਦਰਸ਼ਨ ਦਿੱਤੇ ਨੇ। ਤਬ ਤਨ ਧਰ ਨਰ ਹਰ ਰਖ ਕੀਨਾ। ਉਦੋਂ ਆਪ ਜੀ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਮੇਰੀ ਰੱਖਿਆ ਕੀਤੀ ਸੀ। ਮੋਹੇ ਸੰਗ ਇਮ ਭਾ ਬਿਰਤੰਤੇ। ਇਸ ਤਰ੍ਹਾਂ ਮੇਰੇ ਨਾਲ ਜੋ ਬਿਰਤਾਂਤ ਹੋਇਆ ਸੀ, ਸੁਨੋ ਕਾਲ ਬਾਲੇ ਮਤਵੰਤੇ। ਸੂਝਵਾਨ ਸਿਆਣੇ ਚੰਗੀ ਬੁੱਧੀ ਵਾਲੇ ਭਾਈ ਬਾਲੇ ਸੁਣਨਾ ਕਰ। ਭਾਈ ਬਾਲਾ ਜੀ ਨੇ ਕਹਿੰਦੇ ਮੈਂ ਕਿਹਾ ਸੀ ਪ੍ਰਹਿਲਾਦ ਜੀ ਨੂੰ ਕਿ ਆਪ ਜੀ ਕਿਰਪਾ ਕਰਕੇ ਆਪਣੀ ਸਾਰੀ ਵਿਥਿਆ ਸੁਣਾਓ।
ਤੇ ਉਸ ਤਰ੍ਹਾਂ ਫਿਰ ਮੇਰੇ ਕਹਿਣ ਤੇ ਇਹਨਾਂ ਨੇ ਆਪਣੀ ਸਾਰੀ ਜਿਹੜੀ ਜੀਵਨ ਘਟਨਾ ਸੀ ਉਹ ਸੁਣਾਈ ਸੀ। ਜੀਵਨ ਦਾ ਪ੍ਰਸੰਗ ਸਾਰਾ ਸੁਣਾਇਆ। ਉਹੀ ਪ੍ਰਸੰਗ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਸੁਣਾਇਆ ਹੈ। ਸ੍ਰੀ ਅੰਗਦ ਸੁਣੀਏ ਮਨ ਲਾਈ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੁਣਨਾ ਕਰੋ। ਸੁਣੀ ਸਰਬ ਜਬ ਕਥਾ ਸੁਹਾਈ, ਕਹਿੰਦੇ ਜਦ ਮੈਂ ਸ਼ੋਭਨੀਕ ਕਥਾ ਪ੍ਰਹਿਲਾਦ ਜੀ ਦੇ ਮੁਖ ਤੋਂ ਸੁਣੀ ਹੈ, ਬੰਦ ਹਾਥ ਮੈਂ ਬੰਧਨ ਕੀਨੀ, ਫਿਰ ਮੈਂ ਹੱਥ ਜੋੜ ਕੇ ਬੇਨਤੀ ਕੀਤੀ। ਭਗਤਨ ਤੇ ਮਹਿਮਾ ਵੱਡ ਚੀਨੀ, ਹਾਂ, ਮੈਂ ਵੀ ਦੋਵੇਂ ਹੱਥ ਜੋੜੇ ਤੇ ਮੈਂ ਉਹਨਾਂ ਨੂੰ ਨਮਸਕਾਰ ਕੀਤੀ ਹੈ, ਕਿਉਂਕਿ ਪ੍ਰਭੂ ਭਗਤ ਹਨ, ਭਗਤੀ ਕਰਨ ਵਾਲੇ ਮਹਾਨ ਹਨ। ਇਹ ਜਾਣ ਕੇ ਮੈਂ ਪ੍ਰਹਿਲਾਦ ਜੀ ਨੂੰ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਹੈ। ਭਗਤਨ ਤੇ ਮਹਿਮਾ ਵੱਡ ਚੀਨੀ, ਭਗਤਾਂ ਕੋਲੋਂ ਭਗਤੀ ਦੀ ਵੱਡੀ ਮਹਿਮਾ ਜਾਣੀ ਹੈ। ਜਿਸ ਤਰ੍ਹਾਂ ਕੋਈ ਬੰਦਾ ਕਾਰੋਬਾਰੀ ਹੋਵੇ ਤੇ ਉਹਦੇ ਪਾਸੋਂ ਆਪਾਂ ਕਾਰੋਬਾਰ ਦੀ ਵਪਾਰ ਦੀ ਮਹਿਮਾ ਸੁਣਦੇ ਹਾਂ ਕਿ ਮੈਂ ਕਿਸ ਤਰ੍ਹਾਂ ਜਿਹੜੇ ਸੀ ਕਠਨ ਤੋਂ ਕਠਨ ਜਿਹੜਾ ਸੀ ਉਹ ਕੰਮ ਕੀਤਾ, ਫਿਰ ਮੈਂ ਇੱਥੋਂ ਤੱਕ ਸਟੈਂਡ ਹੋਇਆ, ਇੱਥੋਂ ਤੱਕ ਪਹੁੰਚਿਆ। ਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਰੁਚੀ ਜਾਗਦੀ ਹੈ ਕਿ ਆਪਾਂ ਵੀ ਇੰਨੀ ਮਿਹਨਤ ਕਰੀਏ, ਇੰਨਾ ਸਟਰਗਲ ਕਰੀਏ ਇੱਥੋਂ ਤੱਕ ਪਹੁੰਚਣ ਦੇ ਲਈ। ਤੇ ਭਾਈ ਬਾਲਾ ਜੀ ਕਹਿੰਦੇ ਜਦੋਂ ਮੈਂ ਉਹਨਾਂ ਪਾਸੋਂ ਉਹਨਾਂ ਦੀ ਜੀਵਨ ਘਟਨਾ ਸਰਵਣ ਕੀਤੀ ਨਾ, ਤੇ ਮੈਂ ਭਗਤੀ ਦੀ ਵੱਡੀ ਮਹਿਮਾ ਜਾਣੀ ਕਿ ਭਗਤੀ ਕਰਨ ਦੇ ਨਾਲ ਇੰਨਾ ਵੱਡਾ ਪ੍ਰਤਾਪ ਭਗਤਾਂ ਦਾ ਪ੍ਰਭੂ ਕਰ ਦਿੰਦਾ ਹੈ। ਕਈ ਯਤਨ ਕੀਤੇ ਹਰਨਾਕਸ਼ ਨੇ ਮਾਰਨ ਦੇ, ਪਰ ਇਹਨਾਂ ਨੂੰ ਖਤਮ ਹੀ ਨਾ ਕਰ ਸਕਿਆ। ਲੋਕ ਪਰਲੋਕ ਦਾ ਰਾਜ ਜਿਹੜਾ ਸੀ ਉਹ ਪ੍ਰਭੂ ਨੇ ਹੱਥੀਂ ਦਿੱਤਾ। ਕਿਤਕ ਕਾਲ ਸ੍ਰੀ ਗੁਰ ਤੇ ਪਾਸਾ, ਕੁਝ ਸਮੇਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਦੇ ਪਾਸ ਰਹਿ ਕਰ ਕੀਨੇ ਬਚਨ ਬਿਲਾਸਾ, ਇਹਨਾਂ ਦੇ ਕੋਲ ਰਹਿ ਕੇ ਬਚਨ ਬਿਲਾਸ ਕੀਤੇ ਹਨ। ਕਰੀ ਪਰਸ਼ ਪਰ ਦੋਹ ਦਿਸ਼ ਬੰਦਾਨਾ, ਤੇ ਦੋਵਾਂ ਤਰਫ ਆਪਸੀ ਬੰਦਨਾ ਹੋਈ ਹੈ। ਪ੍ਰਹਿਲਾਦ ਜੀ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ ਭਗਤੀ ਸਰੂਪ ਜਾਣ ਕੇ ਕਿ ਪ੍ਰਭੂ ਜੀ ਤੁਸੀਂ ਹੁਣ ਅਵਤਾਰ ਧਾਰਿਆ ਹੈ ਕਲਯੁਗ ਦੇ ਮਲੀਨ ਮਨੁੱਖ ਦੇ ਕਰਕੇ, ਇਹਨਾਂ ਦਾ ਉਧਾਰ ਕਰਨ ਵਾਸਤੇ, ਇਹਨਾਂ ਨੂੰ ਸੁਖਾਲਾ ਪੰਥ ਰਸਤਾ ਦਿਖਾਉਣ ਵਾਸਤੇ। ਤੇ ਪ੍ਰਹਿਲਾਦ ਜੀ ਨੂੰ ਭਗਤ ਜਾਣ ਕੇ ਸਤਿਗੁਰਾਂ ਨੇ ਨਮਸਕਾਰ ਕਰ ਦਿੱਤੀ ਕਿ ਤੂੰ ਭਗਤੀ ਵਾਲਾ ਹੈ, ਭਗਤੀ ਕੀਤੀ ਹੈ। ਤੇ ਉਹਨਾਂ ਨੂੰ ਫਿਰ ਜਿਸ ਤਰ੍ਹਾਂ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਕੋਈ ਭੇਦ ਰਹਿ ਹੀ ਨਹੀਂ ਜਾਂਦਾ। ਤੇ ਦੋਵਾਂ ਨੇ ਆਪਸੀ ਜਿਹੜੀਆਂ ਨਮਸਕਾਰਾਂ ਹੋਈਆਂ ਹਨ। ਅਗਰਜ ਗਮਨੇ ਦੋਖ ਨਿਕੰਦਨਾ, ਦੋਖਾਂ ਨੂੰ ਨਿਕੰਦਨ ਕੱਟਣ ਵਾਲੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਉੱਥੋਂ ਅੱਗੇ ਚੱਲ ਪਏ ਹਨ। ਦੋਹਰਾ ਅਲਖ ਅਭੇਖ ਅਨੰਤ ਪ੍ਰਭ। ਅਗਲਾ ਅਧਿਆਇ ਕਵੀ ਜੀ ਆਰੰਭ ਕਰਦੇ ਹਨ, ਮੰਗਲ ਕਰਦੇ ਨੇ, ਅਰਦਾਸ ਕਰਦੇ ਹਨ ਚਰਨਾਂ ਦੇ ਵਿੱਚ। ਅਲਖ ਅਭੇਵ ਅਨੰਤ ਪ੍ਰਭ, ਜਿਹ ਗਤ ਲਖੀ ਨਾ ਜਾਹੇ। ਐ ਪ੍ਰਭੂ ਤੁਸੀਂ ਅਲੱਖ ਹੋ, ਜਾਣਨ ਤੋਂ ਰਹਿਤ ਹੋ, ਭੇਖ ਤੋਂ ਰਹਿਤ ਹੋ, ਜਾਣ ਕਿਸ ਤਰ੍ਹਾਂ ਕੋ ਸਕਦਾ ਹੈ। ਹੁਣ ਚਾਰ ਖਾਣੀਆਂ ਨੇ ਅੰਡ ਜੇਰ ਸੇਤਜ ਉਤਪੁਜ, ਪਰ ਪ੍ਰਭੂ ਤਾਂ ਆਪ ਥੰਮ ਤੋਂ ਹੀ ਪ੍ਰਗਟ ਹੋ ਗਏ। ਇਹ ਲੀਲਾ ਨੂੰ ਕੌਣ ਜਾਣ ਸਕਦਾ ਹੈ, ਤਾਂ ਅਸਚਰਜ ਹੀ ਲੀਲਾ ਹੈ ਤੁਹਾਡੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਜਾਣਨ ਤੋਂ ਰਹਿਤ ਹੋ ਤੁਸੀਂ, ਭੇਖ ਤੋਂ ਰਹਿਤ ਹੋ। ਕਿਹੜਾ ਭੇਖ ਹੈ ਤੁਹਾਡਾ? ਜਿਸ ਤਰ੍ਹਾਂ ਦਾ ਸਰੀਰ ਧਾਰਿਆ, ਪਰ ਜਦ ਨਰਸਿੰਘ ਰੂਪ ਧਾਰਨ ਕਰਕੇ ਆਏ, ਭੇਖ ਕਦੇ ਦੇਖਿਆ ਹੀ ਨਹੀਂ ਸੀ। ਇਸ ਕਰਕੇ ਰੂਪ ਰੇਖ ਤੋਂ ਰਹਿਤ ਹੋ ਆਪ ਜੀ, ਅਨੰਤ ਅੰਤ ਤੋਂ ਰਹਿਤ ਹੋ, ਤੁਹਾਡਾ ਕੋਈ ਅੰਤ ਹੀ ਨਹੀਂ ਪਾ ਸਕਦਾ। ਜਿਹ ਗਤ ਲਖੀ ਨਾ ਜਾਹੇ, ਵਾਹਿਗੁਰੂ ਕਿਹਾ ਹੀ ਉਹਨੂੰ ਜਾਂਦਾ ਹੈ ਵਾਹਿਗੁਰੂ। ਵਾਹੇ ਨਾਮ ਅਸਚਰਜ ਕੋ ਅਸਚਰਜ ਕਿਹਾ ਜਾਂਦਾ ਹੈ, ਜਿਹੜਾ ਕਹਿਣ ਕਥਨ ਤੋਂ ਪਰੇ ਹੋ, ਜਿਹਨੂੰ ਦੇਖ ਕੇ ਕਹਿ ਦਿੰਦੇ ਆ ਵਾਹ, ਹੈਰਾਨ ਹੋ ਕੇ ਆਪਾਂ ਕਹਿੰਦੇ ਆ ਨਾ ਵਾਹ। ਕਹਿੰਦੇ ਬਸ ਇਸੇ ਤਰ੍ਹਾਂ ਦਾ ਤੁਹਾਡਾ ਸਰੂਪ ਹੈ, ਜਾਣਨ ਤੋਂ ਰਹਿਤ, ਭੇਖ ਤੋਂ ਰਹਿਤ, ਅੰਤ ਤੋਂ ਰਹਿਤ। ਤੁਹਾਡੀ ਗਤ ਅਵਸਥਾ ਨੂੰ, ਤੁਹਾਡੀ ਮਰਿਆਦਾ ਨੂੰ ਅਸੀਂ ਨਹੀਂ ਜਾਣ ਸਕਦੇ। ਬੰਦਨ ਪਦ ਅਰਬਿੰਦ ਦੇਹ, ਤੁਹਾਡੇ ਚਰਨਾਂ ਕਮਲਾਂ ਦੇ ਉੱਤੇ ਸਾਡੀ ਨਮਸਕਾਰ ਹੈ। ਆਡਾ ਬੇਪਰਵਾਹੀ, ਉਹ ਪ੍ਰਭੂ ਤਾਂ ਬੜਾ ਬੇਪਰਵਾਹ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ, ਭਾਵ ਕਿਸੇ ਦਾ ਡਰ ਨਹੀਂ। ਹਰਨਾਕਸ਼ ਸੋਚਦਾ ਸੀ ਮੇਰੇ ਤੋਂ ਸਾਰੇ ਡਰਦੇ ਹਨ, ਪਰ ਉਹਨੂੰ ਵੀ ਡਰ ਦੇਣ ਵਾਲਾ ਕੌਣ ਸੀ? ਉਹ ਪ੍ਰਭੂ ਆਪ ਹੈ। ਇਸ ਕਰਕੇ ਤੁਹਾਨੂੰ ਕਿਸੇ ਦੀ ਪਰਵਾਹ ਨਹੀਂ, ਤੁਸੀਂ ਨਿਰਭਉ ਹੋ, ਕਿਸੇ ਦਾ ਭੈ ਨਹੀਂ ਤੁਹਾਨੂੰ। ਸ੍ਰੀ ਬਾਲਾ ਸੰਧੁਰ ਵਾਚ, ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਕਥਾ ਸੁਣਾ ਰਹੇ ਹਨ ਖਡੂਰ ਦੀ ਧਰਤੀ ਤੇ। ਚੌਪਈ ਸ੍ਰੀ ਅੰਗਦ ਜੀ ਸੁਣੇ ਇਤਿਹਾਸੂ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਅੱਗੇ ਇਤਿਹਾਸ ਸੁਣੋ। ਅਗਰਜ ਗਮਨੇ ਪੁਣ ਸੁਖ ਰਾਸੂ, ਸੁੱਖਾਂ ਦੀ ਖਾਨ ਸਤਿਗੁਰੂ ਜੀ ਉੱਥੋਂ ਅੱਗੇ ਚੱਲ ਪਏ ਭਗਤ ਪ੍ਰਹਿਲਾਦ ਜੀ ਨੂੰ ਦਰਸ਼ਨ ਦੇ ਕੇ। ਤਾਰੇ ਤਰੈ ਸ਼ੋਰ ਕਰ ਸਭ ਹੀ, ਹੁਣ ਜਿਹੜੇ ਸਾਰੇ ਆਕਾਸ਼ ਮੰਡਲ ਵਿੱਚ ਤਾਰੇ ਸੀ ਨਾ,
ਉਹ ਸਾਰੇ ਥੱਲੇ ਹੀ ਛੱਡ ਦਿੱਤੇ ਹਨ। ਊਰਦ ਪਹੁੰਚੇ ਸ੍ਰੀ ਗੁਰ ਜਬ ਹੀ ਜਦੋਂ ਸਤਿਗੁਰੂ ਇਹਨਾਂ ਸਾਰੇ ਤਾਰਿਆਂ ਤੋਂ ਉੱਪਰ ਪਹੁੰਚੇ ਹਨ, ਮਰਦਾਨੇ ਤਬ ਭੋਜਨ ਕੀਨੇ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਪੁੱਛਿਆ, ਮੁਝੇ ਬਤਾਵੋ ਪ੍ਰਭੂ ਪਰਬੀਨੇ ਐ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਕੇ ਮੈਨੂੰ ਇਹ ਦੱਸੋ, ਉਡਗਣ ਇਹਨਾਂ ਦੀਸਤ ਕੋ ਹੁਣ ਸਾਨੂੰ ਇੱਥੇ ਕੋਈ ਵੀ ਜਿਹੜਾ ਆਕਾਸ਼ 'ਚ ਤਾਰਾ ਨਹੀਂ ਦਿਸ ਰਿਹਾ, ਕਿਉਂਕਿ ਚੰਦਰਮਾ ਸੂਰਜ ਇਹਨਾਂ ਦੀ ਦੂਰੀ ਬਹੁਤ ਹੈ, ਪਰ ਤਾਰਿਆਂ ਦੀ ਦੂਰੀ ਤਾਂ ਇਹਨਾਂ ਤੋਂ ਵੀ ਅੱਗੇ ਹੈ। ਕਹਿੰਦੇ ਜਦ ਸਾਰੇ ਤਾਰੇ ਹੇਠਾਂ ਰਹਿ ਗਏ, ਮੈਂ ਉਸ ਵੇਲੇ ਸਤਿਗੁਰਾਂ ਨੂੰ ਪੁੱਛਿਆ, ਹਮ ਕਹੇ ਦਿਸ਼ ਤਜੇ ਆਏ ਸੋ ਭਾਈ ਮਰਦਾਨਾ ਜੀ ਕਹਿੰਦੇ ਨੇ, ਸਤਿਗੁਰੂ ਇਹ ਦੱਸੋ ਕਿ ਅਸੀਂ ਹੁਣ ਕਿਸ ਦੇਸ਼ ਵਿੱਚ ਪਹੁੰਚ ਗਏ ਹਾਂ, ਕਾਂ ਕੋ ਇਹਾਂ ਪ੍ਰਕਾਸ਼ ਪ੍ਰਕਾਸ਼ਾ ਤੇ ਇਸ ਜਗ੍ਹਾ ਹੁਣ ਕਿਸ ਦਾ ਪ੍ਰਕਾਸ਼ ਹੈ, ਕਿਉਂਕਿ ਬਾਕੀ ਤਾਰੇ ਤਾਂ ਹੇਠਾਂ ਰਹਿ ਗਏ ਨੇ, ਸੂਰਜ ਚੰਦਰਮਾ ਉਹਨਾਂ ਦੀ ਵੀ ਇੱਥੇ ਪਹੁੰਚ ਨਹੀਂ ਹੈ। ਹੁਣ ਦੱਸੋ ਕਿ ਇੱਥੇ ਕਿਸ ਦਾ ਪ੍ਰਕਾਸ਼ ਹੈ। ਅਤ ਉਜਲ ਸੁੰਦਰ ਸੁਖ ਰਾਸਾ ਇਹ ਪ੍ਰਕਾਸ਼ ਬੜਾ ਉਜਲ ਹੈ, ਬੜਾ ਸੋਹਣਾ ਹੈ, ਬੜਾ ਸੁਖ ਦੇਣ ਵਾਲਾ ਹੈ। ਸੁਣ ਸ੍ਰੀ ਨਾਨਕ ਵਚਨ ਉਚਾਰੇ ਭਾਈ ਮਰਦਾਨੇ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ, ਹਮ ਤੇ ਤਰੇ ਰਹੇ ਅਬ ਤਾਰੇ ਮਰਦਾਨਿਆਂ ਜਿਹੜੇ ਸਾਰੇ ਤਾਰੇ ਨੇ, ਇਹ ਤਾਰਾ ਮੰਡਲ ਸਾਰਾ ਸਾਡੇ ਤੋਂ ਹੇਠਾਂ ਹੀ ਰਹਿ ਗਿਆ ਹੈ। ਨੀਚੇ ਕਰ ਮੁਖ ਲਿਹੋ ਨਿਹਾਰੀ ਉਹ ਤਾਰੇ ਦੇਖਣੇ ਨੇ ਤੇ ਆਪਣਾ ਧਿਆਨ ਹੇਠਾਂ ਕਰ, ਉਹ ਤਾਰੇ ਜਿਹੜੇ ਨੇ ਉਹ ਹੇਠਾਂ ਰਹਿ ਗਏ ਨੇ ਤੇ ਦੇਖ ਲੈ, ਰਹੇ ਪ੍ਰਕਾਸ਼ ਥਾਨ ਨਿਚ ਝਾਰੀ ਤੇ ਆਪਣੀ ਝਾਤ ਮਾਰ ਕੇ ਦੇਖ ਕੇ ਉਹ ਆਪਣਾ ਪ੍ਰਕਾਸ਼ ਹੇਠਾਂ ਹੀ ਕਰ ਰਹੇ ਹਨ। ਹਮ ਤੇ ਊਰਦ ਏਕ ਲਖੀਜਾ ਹੁਣ ਸਾਡੇ ਤੋਂ ਉੱਪਰ ਉਤਾਂ ਇੱਕ ਹੀ ਤਾਰਾ ਹੈ, ਨਾਮ ਧਰੂ ਜਿਹ ਪ੍ਰਗਟ ਭਨੀਜਾ ਜਿਸ ਦਾ ਨਾਮ ਧਰੂ ਹੈ, ਤੇ ਸਾਰੇ ਜਹਾਨ ਅੰਦਰ ਜਿਸ ਦਾ ਜਸ ਪ੍ਰਤਾਪ ਪ੍ਰਗਟ ਹੈ। ਤਾਂ ਕੋ ਇਹਾਂ ਪ੍ਰਕਾਸ਼ ਕਨੇਰੂ ਉਸ ਧਰੂ ਦਾ ਇਸ ਜਗ੍ਹਾ ਪ੍ਰਕਾਸ਼ ਹੈ। ਲਗ ਬੈ ਤਪ ਜਿਨ ਕੀਨ ਵਡੇਰੋ ਜਿਸ ਧਰੂ ਭਗਤ ਨੇ ਛੋਟੀ ਉਮਰ ਦੇ ਵਿੱਚ ਵੱਡਾ ਤਪ ਕੀਤਾ ਸੀ, ਸਭ ਤੈ ਊਚੋ ਅਬਜਲ ਰਾਜੂ ਭਗਤੀ ਕਰਕੇ ਤਪ ਕਰਕੇ ਤੇ ਸਭ ਤੋਂ ਵੱਡਾ ਅਬਚਲ, ਜਿਹੜਾ ਚਲਾਏਮਾਨ ਨਹੀਂ ਹੈ, ਜਿਹੜਾ ਕੁਝ ਸਾਲਾਂ ਬਾਅਦ ਜ਼ਰੂਰਤ ਨਹੀਂ, ਯਤਨ ਨਹੀਂ ਕਰਨਾ ਪੈਣਾ ਕਿ ਰਾਜ ਲੈਣ ਲਈ ਹੁਣ ਮੈਨੂੰ ਫਿਰ ਯਤਨ ਕਰਨਾ ਪਵੇ। ਕਹਿੰਦੇ ਉਹ ਰਾਜ ਭਗਤ ਧਰੂ ਜੀ ਨੇ ਪ੍ਰਾਪਤ ਕੀਤਾ, ਜਿਹੜਾ ਅਬਚਲ ਹੈ, ਜਿਹੜਾ ਸਦਾ ਵਾਸਤੇ ਕਾਇਮ ਹੈ ਤੇ ਸਭ ਤੋਂ ਉੱਚਾ ਰਾਜ ਹੈ। ਸੰਜੁਤ ਸੋਭਾ ਰਹਿਓ ਬਿਰਾਜੂ ਤੇ ਸ਼ੋਭਾ ਦੇ ਸਮੇਤ ਉਹ ਇੱਥੇ ਬਿਰਾਜ ਰਹੇ ਨੇ। ਬੋਲਿਓ ਮਰਦਾਨਾ ਵਡ ਭਾਗੇ ਵੱਡਿਆਂ ਭਾਗਾਂ ਵਾਲੇ ਭਾਈ ਮਰਦਾਨਾ ਜੀ ਸੁਣ ਕੇ ਕਹਿਣ ਲੱਗੇ, ਕਥਾ ਸੁਣਨ ਕੋ ਜਿਹੇ ਰੁਚ ਜਾਗੀ ਜਿਨ੍ਹਾਂ ਦੇ ਅੰਦਰ ਭਗਤ ਧਰੂ ਜੀ ਦੀ ਕਥਾ ਸੁਣਨ ਦੀ ਰੁਚੀ ਜਾਗੀ ਹੈ। ਸ੍ਰੀ ਗੁਰ ਜੀ ਇਹ ਸਰਬ ਪ੍ਰਸੰਗਾ ਸਤਿਗੁਰੂ ਜੀ ਕਿਰਪਾ ਕਰੋ ਫਿਰ ਧਰੂ ਜੀ ਦਾ ਸਾਰਾ ਪ੍ਰਸੰਗ ਜਿਉ ਆਇਓ ਉਨ ਖਾਨ ਉਤੰਗਾ ਉਹ ਸਾਨੂੰ ਸੁਣਾਓ ਜਿਸ ਤਰ੍ਹਾਂ ਉਹਨਾਂ ਨੇ ਉੱਚੀ ਪਦਵੀ ਪ੍ਰਾਪਤ ਕੀਤੀ ਹੈ। ਬਾਏ ਲਗ ਤਬ ਕੀਨੋ ਕਿਹ ਕਾਰਣ ਕਿਸ ਕਾਰਨ ਵਾਸਤੇ ਉਹਨਾਂ ਨੇ ਛੋਟੀ ਉਮਰ ਵਿੱਚ ਇੰਨੀ ਵੱਡੀ ਭਗਤੀ ਕੀਤੀ, ਇੰਨਾ ਤਪ ਕੀਤਾ ਹੈ। ਬਾਣੀ ਅੰਦਰ ਆਪਾਂ ਪੜ੍ਹਦੇ ਹਾਂ, 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। 5 ਸਾਲਾਂ ਦੀ ਉਮਰ ਵਿੱਚ ਜਿਨ੍ਹਾਂ ਨੇ ਇੰਨਾ ਭਾਰੀ ਤਪ ਕਰਕੇ ਅਬਚਲ ਰਾਜ ਪ੍ਰਾਪਤ ਕੀਤਾ ਹੈ। ਸਤਿਗੁਰੂ ਇਹ ਦੱਸੋ ਕਿ ਇਹ ਤਪ ਜਿਹੜਾ ਸੀ ਕਿਸ ਕਾਰਨ ਉਹਨਾਂ ਕੀਤਾ। ਪ੍ਰਭੂ ਰਝਾਏ ਬਿਪਤ ਬਿਦਾਰਨ ਤੇ ਆਪਣੀ ਵਿਪਤਾ ਨੂੰ ਦੂਰ ਕਰਨ ਵਾਸਤੇ ਪ੍ਰਭੂ ਨੂੰ ਪ੍ਰਸੰਨ ਕੀਤਾ। ਸੋ ਸਭ ਮੁਝ ਕੋ ਦੇਹੋ ਸੁਨਾਈ ਸਤਿਗੁਰੂ ਪ੍ਰਸੰਗ ਉਹ ਕਥਾ ਆਪਣੇ ਮੁਖਾਰ ਬਿਨ ਤੋਂ ਸਾਨੂੰ ਸੁਣਾ ਦਵੋ। ਚਲੋ ਬਹੁਰ ਦੇਖਿਆ ਤੇ ਤਾਈ ਫਿਰ ਉੱਥੇ ਚੱਲ ਕੇ ਉਹਨਾਂ ਨੂੰ ਆਪਾਂ ਦੇਖਦੇ ਹਾਂ। ਇਸ ਪ੍ਰਕਾਰ ਕੇ ਸੁਨ ਕਰ ਬੈਨਾ ਇਸ ਤਰ੍ਹਾਂ ਭਾਈ ਮਰਦਾਨੇ ਦੇ ਬੋਲ ਸੁਣ ਕੇ ਬੋਲੇ ਸ੍ਰੀ ਨਾਨਕ ਗੁਣ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਣਾ ਦੇ ਘਰ ਸਤਿਗੁਰੂ ਜੀ ਸੁਣਾਉਣ ਲੱਗੇ। ਸਗਲ ਧਰੁਵ ਕੋ ਸੁਨੋ ਪ੍ਰਸੰਗਾ ਮਹਾਰਾਜ ਕਹਿੰਦੇ ਮਰਦਾਨਿਆਂ ਫਿਰ ਧਰੂ ਭਗਤ ਦਾ ਸਾਰਾ ਪ੍ਰਸੰਗ ਸੁਣ। ਭੋ ਮਰਦਾਨੇ ਸੰਗ ਉਮੰਗਾ ਐ ਮਰਦਾਨਾ ਉਮੰਗ ਦੇ ਸਹਿਤ ਉਤਸ਼ਾਹ ਦੇ ਨਾਲ ਪ੍ਰਸੰਨਤਾ ਦੇ ਨਾਲ ਆਪ ਸੁਣਨਾ ਕਰੋ। ਪੂਰਬ ਭਇਓ ਏਕ ਭੂਪਾਲਾ ਪਹਿਲੇ ਸਮਿਆਂ ਦੇ ਵਿੱਚ ਇੱਕ ਰਾਜਾ ਹੋਇਆ ਹੈ ਸ਼ੰਭੂ ਮੁਨਾ ਜਿਹ ਨਾਮ ਵਿਸਾਲਾ ਤੇ ਇਸ ਰਾਜੇ ਦਾ ਨਾਮ ਸ਼ੰਭੂ ਮੁਨ ਹੋਇਆ ਹੈ। ਉਤੀ ਭਾਰਜਾ ਤਿਹ ਸਤ ਰੂਪਾ ਇਸ ਦੀ ਜਿਹੜੀ ਇਸਤਰੀ ਸੀ ਉਹ ਸੰਤ ਰੂਪ ਸੀ। ਤਿਨ ਤੇ ਦ્વੈ ਸੁਤ ਭਏ ਅਨੂਪਾ ਸ਼ੰਭੂ ਮਾਨ ਅਤੇ ਸੰਤ ਰੂਪ ਜਿਹੜੀ ਇਸਤਰੀ ਸੀ ਇਹਨਾਂ ਦੇ ਘਰ 2 ਪੁੱਤਰਾਂ ਨੇ ਜਨਮ ਲਿਆ। ਬ੍ਰੇ ਪ੍ਰੇ ਬਰਤ ਏਕ ਬਦਤ ਜਗ ਮਾਹੀ ਇੱਕ ਰਾਜਾ ਪ੍ਰੇਬ੍ਰਤ ਸੀ
ਤੇ ਬਿਦਤ ਜਗ ਮਾਹੀ, ਇਹ ਜਗਤ ਵਿੱਚ ਸੰਸਾਰ ਵਿੱਚ ਇਹ ਪ੍ਰਗਟ ਹੋਇਆ ਹੈ। ਜਿਹ ਰਥ पहियन उदद घटाई, ਜਿਸ ਰਾਜੇ ਦੇ ਪਹੀਆਂ ਨੇ ਸਮੁੰਦਰ ਦੇ ਵਿੱਚ ਰਸਤਾ ਬਣਾਇਆ। ਦੁਤੀਏ ਤਾਨ ਪਾਦ ਨਿਰਪਾਲਾ, ਤੇ ਦੂਸਰਾ ਰਾਜਾ ਹੋਇਆ ਉਤਾਨਪਾਦ। ਭੂਕੋ ਕਰਹੀ ਰਾਜ ਵਿਸਾਲਾ, ਉਤਾਨਪਾਦ ਰਾਜੇ ਨੇ ਧਰਤੀ ਉੱਤੇ ਵੱਡਾ ਰਾਜ ਕੀਤਾ। ਇਹ ਕਹਿ ਸਦਨ ਹੁਤੀ ਜੁਗ ਨਾਰੀ, ਉਤਾਨਪਾਦ ਦੇ ਘਰ ਦੇ ਵਿੱਚ ਇਹਦੀਆਂ 2 ਰਾਣੀਆਂ ਸੀ, 2 ਇਸਤਰੀਆਂ ਸੀ। ਇੱਕ ਅਨੇਹ ਇੱਕ ਪ੍ਰਾਨਨ ਪਿਆਰੀ, ਇੱਕ ਜਿਹੜੀ ਦੀ ਇਸਤਰੀ ਸੀ ਉਹ ਅਨੇ, ਉਹਦੇ ਨਾਲ ਬਹੁਤਾ ਪਿਆਰ ਨਹੀਂ ਸੀ ਕਰਦਾ ਜਿਹੜਾ ਉਤਾਨਪਾਦ ਰਾਜਾ ਸੀ। ਤੇ ਦੂਜੀ ਇਸ ਦੀ ਜਿਹੜੀ ਇਸਤਰੀ ਸਰੂਚੀ ਸੀ ਉਹਦੇ ਨਾਲ ਹੀ ਬਹੁਤਾ ਪ੍ਰੇਮ ਕਰਦਾ ਸੀ। ਬਸੀ ਸਰੁਚ ਸੇ ਕੇ ਅਬ ਅਸਬਿਦ ਸੋਊ, ਤੇ ਜਿਹੜੀ ਸਰੂਚੀ ਸੀ ਉਸ ਦੇ ਇਹ ਵਸ ਦੇ ਵਿੱਚ ਸੀ। ਮਨੋ ਮੋਲ ਕੋ ਲੀਨੋ ਕੋ, ਮਾਨੋ ਕਿ ਉਸ ਰਾਣੀ ਨੂੰ ਇਸਨੇ ਮੁੱਲ ਹੀ ਖਰੀਦਿਆ ਹੋਵੇ। 2 ਇਹਦੀਆਂ ਉਤਾਨਪਾਦ ਦੀਆਂ ਰਾਣੀਆਂ ਸੀ, ਇੱਕ ਦਾ ਨਾਮ ਸੀ ਸੁਨੀਤਾ ਤੇ ਦੂਜੀ ਸੀ ਸੁਰਿਚੀ। ਜਿਹੜੀ ਸੁਰਿਚੀ ਸੀ ਉਹਦੇ ਨਾਲ ਇਹ ਬਹੁਤਾ ਪ੍ਰੇਮ ਕਰਦਾ ਸੀ। ਦੁਇਤੀ ਸੁਨੀਤਾ ਸੋ ਨਹਿ ਨੇਹਾ, ਤੇ ਦੂਸਰੀ ਦੀ ਜਿਹੜੀ ਰਾਣੀ ਸੀ ਸੁਨੀਤਾ ਉਹਦੇ ਨਾਲ ਇਹਦਾ ਬਹੁਤਾ ਪ੍ਰੇਮ ਨਹੀਂ ਸੀ। ਪ੍ਰਵਾ ਧਰੁਵ ਪ੍ਰਗਟਿਓ ਜਿਸ ਗ੍ਰੇਹਾ, ਤੇ ਜਿਸ ਦੀ ਕੁੱਖ ਤੋਂ ਪਹਿਲੋਂ ਧਰੂ ਜੀ ਦਾ ਜਨਮ ਹੋਇਆ, ਇਹਦੀ ਮਾਤਾ ਦਾ ਨਾਮ ਸੀ ਸੁਨੀਤਾ ਤੇ ਇਹਨਾਂ ਦੇ ਪਿਤਾ ਸੀ ਉਤਾਨਪਾਦ ਰਾਜਾ। ਤੇ ਇਹਦੀਆਂ 2 ਰਾਣੀਆਂ ਸੀ ਤੇ ਇੱਕ ਪ੍ਰਹਿਲਾਦ ਜੀ ਦੀ ਜਿਹੜੀ ਮਤਰੇਈ ਮਾਂ ਸੀ ਉਹਦਾ ਨਾਮ ਸੀ ਸੁਰੀਚੀ। ਉਹਦੇ ਨਾਲ ਰਾਜੇ ਉਤਾਨਪਾਦ ਦਾ ਬਹੁਤਾ ਸਨੇਹ ਸੀ। ਪੰਜ ਬਰਖ ਧਰੁਵ ਕੀ ਭੀ ਬੈਸਾ, ਜਦੋਂ ਧਰੂ ਜੀ ਦੀ ਉਮਰ 5 ਵਰਿਆਂ ਦੀ ਹੋਈ, 5 ਸਾਲ ਦੇ ਇਹ ਹੋਏ। ਇੱਕ ਦਿਨ ਗਇਓ ਤਾਤ ਜਿਹ ਬੈਸਾ, ਇੱਕ ਦਿਨ ਧਰੂ ਜੀ ਉੱਥੇ ਗਏ ਜਿੱਥੇ ਇਹਨਾਂ ਦੇ ਪਿਤਾ ਉਤਾਨਪਾਦ ਬੈਠੇ ਸਨ। ਸਹਿਤ ਦੁਲਾਰੇ ਅੰਗ ਕੇ ਮਾਹੀ, ਤੇ ਬੜੇ ਪਿਆਰ ਦੇ ਨਾਲ ਆਪਣੇ ਪਿਤਾ ਦੀ ਗੋਦ ਵਿੱਚ ਜਾ ਕੇ ਬੈਠ ਗਏ। ਬੈਠਿਓ ਚਾਵਰ ਦੇ ਬੁਹ ਜਾਹੀ, ਬੜਾ ਚਾਅ ਸੀ ਇਹਨਾਂ ਦੇ ਹਿਰਦੇ ਵਿੱਚ, ਕਿਉਂਕਿ ਬੱਚੇ ਦੇ ਮਨ ਵਿੱਚ ਖੁਸ਼ੀ ਹੁੰਦੀ ਹੈ ਜਦੋਂ ਪਿਤਾ ਗੋਦ ਵਿੱਚ ਬਿਠਾ ਕੇ ਉਹਨੂੰ ਪਿਆਰ ਦੇਵੇ। ਹੁਣ ਇਹਨਾਂ ਦੀ ਉਮਰ ਤਾਂ ਛੋਟੀ ਸੀ, 5 ਵਰਿਆਂ ਦੀ ਸੀ, ਨਹੀਂ ਸੀ ਗਿਆਨ ਕਿ ਮੇਰੀ ਮਾਂ ਦੇ ਨਾਲ ਪਿਆਰ ਘੱਟ ਹੈ ਤੇ ਦੂਜੀ ਨਾਲ ਜ਼ਿਆਦਾ ਹੈ। ਇਸ ਕਰਕੇ ਬਾਲਕ ਸੁਭਾਅ ਸੀ, ਆਪਣੇ ਪਿਤਾ ਦੀ ਗੋਦ ਵਿੱਚ ਜਾ ਬੈਠੇ। ਤੇ ਜਿਹੜਾ ਪਿਤਾ ਸੀ ਉਹਨੇ ਵੀ ਆਪਣੇ ਪੁੱਤਰ ਨੂੰ ਪਿਆਰ ਕਰਨ ਲੱਗਾ। ਤਬ ਤੇ ਕਾਲ ਬਿਮਾਤਾ ਆਈ, ਇੰਨੇ ਚਿਰ ਵਿੱਚ ਇਹਦੀ ਜਿਹੜੀ ਮਤਰੇਈ ਮਾਂ ਸੀ ਨਾ ਸੁਰੀਚੀ, ਉਹ ਉੱਥੇ ਆ ਗਈ। ਦੇਖ ਸੌਤ ਸੁਤ ਰਿਸ ਉਪਜਾਈ, ਆਪਣੀ ਸ਼ੌਂਕਣ ਦਾ ਪੁੱਤਰ ਦੇਖ ਕੇ ਮਨ ਵਿੱਚ ਬੜੀ ਗੁੱਸੇ ਦੇ ਵਿੱਚ ਆ ਗਈ। ਕਰ ਗਹਿ ਬਲਸੋ ਦੀਨ ਉਠਾਈ, ਆਪਣੇ ਪੁੱਤਰ ਨੂੰ ਦੇਖਿਆ ਜਦ ਦੂਜੀ ਘਰ ਇਸਤਰੀ ਜਿਹੜੀ ਰਾਣੀ ਦੇ ਪੁੱਤਰ ਨੂੰ ਦੇਖ ਕੇ ਗੁੱਸੇ ਵਿੱਚ ਆ ਗਈ। ਬਾਹੋਂ ਫੜ ਕੇ ਗੁੱਸੇ ਵਿੱਚ ਆਏ, ਆ ਕੇ ਆਪਣੇ ਪਤੀ ਦੀ ਗੋਦ ਚੋਂ ਉਠਾ ਦਿੱਤਾ। ਬਹੁ ਕਠੋਰ ਮੁਖ ਗਿਰਾ ਅਲਾਈ, ਬੜੇ ਕਠੋਰ ਬਚਨ ਮੁਖੋਂ ਇਹ ਕਹਿਣ ਲੱਗੀ। ਕੈਸਨ ਪਿਤ ਕੇ ਅੰਕ ਮਝਾਰਾ, ਕਹਿੰਦੀ ਜੇ ਆਪਣੇ ਪਿਤਾ ਦੀ ਗੋਦ ਵਿੱਚ ਤੂੰ ਬੈਠਣਾ ਚਾਹੁੰਦਾ ਹੈ, ਜੇ ਤੈਨੂੰ ਗੋਦ ਦਾ ਆਨੰਦ ਮਾਣਨਾ ਹੈ, ਨਹਿ ਬਾਲਿਕ ਤੇਰੋ ਅਧਿਕਾਰਾ, ਤੇ ਪਰ ਹੁਣ ਤੇਰਾ ਇਸ ਗੋਦ ਵਿੱਚ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ। ਜੇ ਇਹ ਪਦ ਲੇਵਣ ਇਸ਼ ਤੇਰੀ, ਜੇ ਪਦਵੀ ਲੈਣ ਦੀ ਇੱਛਾ ਹੈ ਨਾ, ਜੇ ਤੂੰ ਚਾਹੁੰਦਾ ਹੈ ਕਿ ਮੈਂ ਪਿਤਾ ਦੀ ਗੋਦ ਦਾ ਆਨੰਦ ਮਾਣਾ, ਕਰੋ ਕਠਨ ਜਪ ਤਾਪ ਕਨੇਰੇ, ਜਾ ਤੇ ਕਠਨ ਜਿਹੜਾ ਭਾਰੀ ਜਪ ਤਪ ਕਰ। ਬ੍ਰਤ ਸਾਧ ਪੁਨ ਨਿਜ ਤਨ ਤਿਆਗੀ, ਬਿਰਤੀ ਸਾਧ ਕੇ ਤੇ ਆਪਣਾ ਇਹ ਤਨ ਤਿਆਗ ਦੇ, ਸਰੀਰ ਛੱਡ ਦੇ। ਜਨਮ ਉਦਰ ਮਮ ਸੋਵਡ ਭਾਗੀ, ਵੱਡੇ ਭਾਗਾਂ ਵਾਲਾ ਤਾਂ ਹੋਵੇਗਾ ਜੇ ਮੇਰੀ ਕੁੱਖੋਂ ਜਨਮੇਗਾ। ਆ ਜਿਹੜਾ ਸਰੀਰ ਹੈ ਤਪ ਕਰਕੇ ਇਹਨੂੰ ਤਿਆਗ ਤੇ ਮੇਰੀ ਕੁੱਖੋਂ ਜਨਮ ਲੈ ਤੇ ਫਿਰ ਵੱਡ ਭਾਗਾ ਕਹਾਵੇਂਗਾ। ਤਬ ਤੋਹਿ ਉਚਿਤ ਰਾਜ ਕੋ ਲੈਣਾ, ਫਿਰ ਯੋਗ ਹੈ ਤੂੰ ਰਾਜ ਭਾਗ ਪ੍ਰਾਪਤ ਕਰ ਸਕੇ। ਅਸ ਕਹਿ ਝਿਰਕਿਓ ਰਿਸ ਪਰ ਨੈਣਾ, ਇਸ ਤਰ੍ਹਾਂ ਨੇਤਰ ਜਿਹੜੇ ਗੁੱਸੇ ਨਾਲ ਭਰ ਕੇ ਤੇ ਪੁੱਤਰ ਧਰੂ ਜੀ ਨੂੰ ਝਿੜਕ ਦਿੱਤਾ। ਦੀਨ ਭਇਓ ਰੋਦਨ ਵਡ ਕੀਨਾ, ਭਗਤ ਧਰੂ ਜੀ ਬਹੁਤ ਦੀਨ ਹੋਏ ਤੇ ਰੋਣ ਲੱਗੇ ਉਸ ਵੇਲੇ। ਦੀ ਬਾਸ ਨਿਪ ਨਹਿ ਆਦਰ ਦੀਨਾ, ਪਰ ਜਿਹੜਾ ਇਹਦਾ ਪਿਤਾ ਉਤਾਨਪਾਦ ਸੀ ਨਾ, ਉਹ ਇਸ ਦੇ ਵਸ ਦੇ ਵਿੱਚ ਸੀ, ਜਿਹੜੀ ਰਾਣੀ ਸੀ ਸੁਰੀਚੀ, ਤੇ ਉਹਨੇ ਵੀ ਉਹਨੂੰ ਕੁਝ ਨਾ ਕਿਹਾ। ਮੋਚਤ ਲੋਚਣ ਤੇ ਜਲ ਧਾਰਾ, ਨੇਤਰਾਂ ਦੇ ਵਿੱਚੋਂ ਹੰਝੂ ਚੱਲ ਪਏ ਧਰੂ ਜੀ ਦੇ। ਬਚਨ ਬਾਨ ਵਿਦ ਗਇਓ ਵਿਚਾਰਾ, ਤੇ ਇਸ ਤਰ੍ਹਾਂ ਬਚਨ ਮੰਨ ਕੇ ਤੇ ਚਲੇ ਗਏ। ਜਾਗਿਓ ਹਿਰਦੇ ਕ੍ਰੋਧ ਕਨੇਰਾ, ਹਿਰਦੇ ਵਿੱਚ ਬਹੁਤਾ ਜਿਹੜਾ ਕ੍ਰੋਧ ਸੀ ਉਹ ਜਾਗਿਆ। ਮਨੋ ਸਰਪ ਕਿਨ ਪਗ ਸੋ ਸ਼ੇਰਾ, ਕਹਿੰਦੇ ਮਾਨੋ ਕਿ ਜਿਹੜੀ ਮਾਂ ਸੀ ਨਾ, ਮਤਰੇਈ ਮਾਂ ਦੇ ਬੋਲ, ਉਹ ਬੋਲ ਰੂਪੀ ਬਚਨ ਰੂਪੀ ਤੀਰਾਂ ਦੇ ਨਾਲ ਮਨ ਵਿੰਨਿਆ ਗਿਆ ਹੋਵੇ।
ਜਾਂ ਕਿਸੇ ਨੇ ਆਪਣੇ ਪੈਰ ਦੇ ਨਾਲ ਸੱਪ ਨੂੰ ਛੇੜ ਦਿੱਤਾ ਹੋਵੇ, ਵਰਕਤ ਅਦਰ ਲੇਤ ਵਡ ਸਵਾਸਾ, ਗੁੱਸੇ ਵਿੱਚ ਆਏ ਤੇ ਬੁੱਲ ਜਿਹੜੇ ਸੀ ਉਹ ਫਰਕਦੇ ਸਨ ਤੇ ਵੱਡੇ ਵੱਡੇ ਸਾਹ ਲੈਣ ਲੱਗੇ। ਰੋਵਤ ਆਵਾ ਜਨਨ ਅਵਾਸਾ, ਰੋਂਦਿਆਂ ਰੋਂਦਿਆਂ ਆਪਣੀ ਮਾਂ ਦੇ ਘਰੇ ਆ ਗਏ। ਬਦਨ ਮਲੀਨ ਹੇਰ ਸੁਤ ਕੇਰਾ, ਜਦੋਂ ਆਪਣੇ ਪੁੱਤਰ ਦਾ ਮਲੀਨ ਚਿਹਰਾ ਜਿਹੜਾ ਸੀ ਉਹਦੀ ਪ੍ਰਭਾ ਫਿੱਕੀ ਦੇਖੀ, ਮਲੀਨ ਬਦਨ ਦੇਖਿਆ। ਭਈ ਦੁਖੀ ਕਾ ਸ਼ੋਕ ਕਨੇਰਾ, ਪੁੱਤਰ ਦਾ ਦੁੱਖ ਮਾਂ ਕੋਲੋਂ ਕਿੱਥੋਂ ਬਰਦਾਸ਼ਤ ਹੋਣਾ ਸੀ। ਇਹਦੀ ਮਾਂ ਜਿਹੜੀ ਸੀ ਸੁਨੀਤਾ ਉਹ ਬੜੀ ਦੁਖੀ ਹੋਈ ਹੈ। ਅਪਰ ਨਰਨ ਤੇ ਸੁਣ ਸੁਧ ਸਾਰੀ, ਹੁਣ ਇਹਨਾਂ ਤੇ ਜਾ ਕੇ ਕੁਝ ਦੱਸਿਆ ਨਾ, ਪਰ ਪਹਿਲਾਂ ਹੀ ਖਬਰ ਮਿਲ ਚੁੱਕੀ ਸੀ ਸੁਨੀਤਾ ਨੂੰ ਕਿ ਤੇਰੇ ਪੁੱਤਰ ਨੂੰ ਜਿਹੜੀ ਤੇਰੀ ਸੌਂਕਣ ਹੈ ਉਹਨੇ ਬਾਹੋਂ ਫੜ ਕੇ ਉਹ ਤਾਨਪਾਦ ਦੀ ਗੋਦ ਤੋਂ ਉਤਾਰਿਆ ਹੈ ਤੇ ਝਿੜਕਿਆ, ਕਿਹਾ ਕਿ ਇਹ ਸਰੀਰ ਛੱਡ, ਜੇ ਗੋਦ 'ਚ ਬੈਠਣਾ ਹੈ ਮੇਰੀ ਕੁੱਖੋਂ ਜਨਮ ਲੈ ਤੇ ਫਿਰ ਰਾਜ ਭਾਗ ਤੈਨੂੰ ਮਿਲੇਗਾ। ਇਹ ਗੱਲ ਸੁਣ ਕੇ ਹੁਣ ਮਾਂ ਜਿਹੜੀ ਸੁਨੀਤਾ ਸੀ ਉਹਨੇ ਆਪਣੇ ਪੁੱਤਰ ਧਰੂ ਨੂੰ ਰੋਂਦਿਆਂ ਦੇਖਿਆ ਤੇ ਉਹ ਵੀ ਦੇਖ ਕੇ ਰੋਣ ਲੱਗੀ ਹੈ। ਰੁਦਤ ਦ੍ਰਿਗਣ ਤੇ ਅੰਸੁਨ ਡਾਰੀ, ਆਪਣੇ ਨੇਤਰਾਂ ਦੇ ਵਿੱਚੋਂ ਹੰਝੂ ਜਿਹੜੇ ਛੱਡਣ ਲੱਗੀ। ਸਵਤ ਗਿਰਾ ਤੇ ਮਨ ਬਿਕੁਲਾਨੀ, ਸੌਂਕਣ ਦੀ ਬੋਲੀ ਕਰਕੇ ਮਨ ਬੜਾ ਦੁਖੀ ਹੋਇਆ। ਲਤਾ ਖੇਦ ਕਰ ਜਨ ਕਮੁਲਾਨੀ, ਮਾਨੋ ਕਿ ਜਿਹੜੀ ਵੇਲ ਹੀ ਕੁਮਲਾ ਗਈ ਹੋਵੇ। ਬਦਨਾ ਬੁਝ ਬਹੁ ਕੀਨ ਮਲੀਨਾ, ਕਮਲ ਵਰਗਾ ਮੁਖ ਜਿਹੜਾ ਸੀ ਉਹ ਮਲੀਨ ਹੋ ਗਿਆ। ਨਿਜ ਸੁਤ ਅੰਕ ਵਿਖੇ ਤਬ ਲੀਨਾ, ਉਸ ਵਕਤ ਆਪਣੀ ਗੋਦ ਵਿੱਚ ਆਪਣੇ ਪੁੱਤਰ ਧਰੂ ਜੀ ਨੂੰ ਬਿਠਾਇਆ ਹੈ। ਖੂਬ ਸਵਾਸ ਲੈ ਬਚਨ ਬਖਾਨੇ, ਉੱਚੇ ਸਾਹ ਲੈ ਕੇ ਬਚਨ ਕਹੇ ਹਨ। ਸੁਨੋ ਪੁੱਤਰ ਏਵ ਲਿਹੋ ਪਛਾਨੇ, ਕਹਿਣ ਲੱਗਿਆ ਪੁੱਤਰ ਸੁਣ ਤੇ ਇਸ ਤਰ੍ਹਾਂ ਜਾਣ ਲੈ। ਦੁਖ ਸੁਖ ਕੋ ਨਾ ਦੇਤ ਕਹਿਤਾਈ, ਕੋਈ ਕਿਸੇ ਦੇ ਤਾਈਂ ਦੁੱਖ ਸੁਖ ਨਹੀਂ ਦਿੰਦਾ। ਕਰਮ ਕਰੇ ਜਸ ਤਸ ਫਲ ਪਾਈ, ਇਹ ਤਾਂ ਬਸ ਕਰਮਾਂ ਦਾ ਖੇਡ ਹੈ। ਜਿੱਦਾਂ ਦੇ ਕਿਸੇ ਨੇ ਕਰਮ ਕੀਤੇ ਹੁੰਦੇ ਨੇ ਉਹ ਫਲ ਬੰਦਾ ਪਾ ਲੈਂਦਾ। ਇਹ ਵੀ ਗੱਲ ਸਮਝਣ ਵਾਲੀ ਹੈ। ਪਰ ਇਹ ਚੌਥੇ ਪਦ ਦੀ ਬਾਤ ਹੈ ਕਿ ਕੋਈ ਕਿਸੇ ਨੂੰ ਦੁੱਖ ਸੁੱਖ ਨਹੀਂ ਦੇ ਸਕਦਾ। ਇੱਥੇ ਤਾਂ ਕਰਮਾਂ ਸੰਦੜਾ ਖੇਤ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨ। ਪੁੱਛਿਆ ਸੀ ਨਾ ਭਗਤ ਧਰੂ ਜੀ ਨੇ ਕਿ ਤੂੰ ਦਾਸੀ ਹੈ ਕਿ ਰਾਣੀ ਹੈ, ਤੇ ਅੱਗੋਂ ਮਾਂ ਕਹਿੰਦੀ ਸੀ ਕਿ ਮੈਂ ਹੈ ਤਾਂ ਰਾਣੀ, ਪਰ ਨਾਮ ਨਾ ਜਪਣ ਕਰਕੇ ਮੇਰੀ ਹਾਲਤ ਗੋਲੀਆਂ ਨਾਲੋਂ ਵੀ ਮਾੜੀ। ਇਹ ਮਾਂ ਨੇ ਕਿਹਾ, ਕਹਿਣ ਲੱਗੀ ਪੁੱਤਰ ਕੋਈ ਕਿਸੇ ਨੂੰ ਦੁੱਖ ਸੁੱਖ ਨਹੀਂ ਦਿੰਦਾ, ਬਸ ਇਹ ਕਰਮਾਂ ਦੀ ਖੇਡ ਹੈ। ਕਰਮਾਂ ਕਰਕੇ ਹੀ ਜੀਵ ਦੁਖੀ ਹੁੰਦਾ ਹੈ। ਪ੍ਰਥਮ ਪੁੰਨ ਤੇ ਸੁਖ ਚੱਲ ਆਵੈ, ਜੇ ਬੰਦੇ ਨੇ ਪੁੰਨ ਕਰਮ ਕੀਤੇ ਹੋਣ ਤੇ ਉਹਦੀ ਝੋਲੀ ਵਿੱਚ ਸੁੱਖ ਪੈਂਦੇ ਨੇ। ਕਰੇ ਪਾਪ ਤੇ ਦੁਖ ਫਲ ਪਾਵੈ, ਤੇ ਜਿਹੜੇ ਪਾਪ ਕੀਤੇ ਹੁੰਦੇ ਨਾ ਉਹਨਾਂ ਦਾ ਫਲ ਜਿਹੜਾ ਹੈ ਉਹ ਸਾਨੂੰ ਦੁੱਖ ਮਿਲਦਾ ਹੈ। ਬੰਦਾ ਕਰਨ ਵੇਲੇ ਤਾਂ ਧਿਆਨ ਵਿੱਚ ਨਹੀਂ ਰੱਖਦਾ, ਇਸ ਜਨਮ ਵਿੱਚ ਦੁੱਖ ਪਾ ਰਹੇ ਆ ਪਾਪ ਕਰਮ ਕਰਕੇ, ਉਹ ਵੀ ਹੁਣ ਧਿਆਨ 'ਚ ਨਹੀਂ ਤੇ ਦੋਸ਼ ਰੱਬ ਨੂੰ ਦਿੰਦਾ ਹੈ। ਪਰ ਇੱਥੇ ਮਹਾਰਾਜ ਕਹਿੰਦੇ ਹਨ, ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣੇ ਆ। ਕਹਿਣ ਲੱਗੀ ਪੁੱਤਰ ਪੁੰਨਾ ਕਰਕੇ ਸੁੱਖ ਮਿਲਦਾ ਹੈ, ਪਾਪ ਕਰਮ ਕਰਕੇ ਭਾਰੀ ਦੁੱਖ ਮਿਲਦਾ ਹੈ। ਗਿਰਾ ਸਬਤ ਨੈ ਸਾਚ ਉਚਾਰੀ, ਜਿਹੜੀ ਸੌਂਕਣ ਹੈ ਨਾ ਉਹਨੇ ਤੈਨੂੰ ਸੱਚੀ ਕਿਹਾ ਹੈ। ਤੂੰ ਜਨਮਿਓ ਮਮ ਗਰਭ ਮਝਾਰੀ, ਤੂੰ ਮੇਰੀ ਕੁੱਖ ਵਿੱਚੋਂ ਜਨਮ ਲਿਆ ਹੈ। ਮੰਦ ਭਾਗ ਮੋਕੋ ਲਖ ਲੀਜਾ, ਮੇਰੀ ਮੰਦੇ ਭਾਗ ਜਾਣ ਲੈ ਕਿ ਮੈਂ ਹੋਈ ਚੰਗੇ ਕਰਮ ਨਹੀਂ ਕੀਤੇ। ਦਾਸੀ ਸਮਨ ਹੈ ਮੁਝੈ ਲਖੀਜਾ, ਮੈਨੂੰ ਦਾਸੀ ਦੇ ਸਮਾਨ ਜਾਣ ਕਿ ਮੇਰੀ ਹਾਲਤ ਤਾਂ ਦਾਸੀਆਂ ਵਰਗੀ ਗੋਲੀਆਂ ਵਰਗੀ ਹੈ। ਸਿੰਘਾਸਨ ਕੀ ਜੇ ਅਬਿਲਾਖੇ, ਜੇ ਤੈਨੂੰ ਸਿੰਘਾਸਨ ਲੈਣ ਦੀ ਤੇ ਜੇ ਤੈਨੂੰ ਰਾਜ ਭਾਗ ਲੈਣ ਦੀ ਅਬਲਾਖਾ ਇੱਛਾ ਹੈ, ਭਜੋ ਪ੍ਰਭੂ ਮਨ ਕੋ ਥਿਰ ਰਾਖੇ, ਫਿਰ ਆਪਣੇ ਮਨ ਨੂੰ ਟਿਕਾ ਕੇ ਉਸ ਪ੍ਰਭੂ ਦਾ, ਪਰਮਾਤਮਾ ਦਾ, ਉਸ ਅਕਾਲ ਪੁਰਖ ਦਾ ਭਜਨ ਕਰ। ਜਾਸ ਚਰਨ ਕੀ ਸੇਵਨ ਕਰਕੇ, ਇਸ ਪ੍ਰਭੂ ਦੇ ਚਰਨਾਂ ਦੀ ਸੇਵਾ ਕਰਕੇ। ਲਿਓ ਬ੍ਰਹਮ ਪਦ ਵਿਦ ਹਿਤ ਧਰ ਕੇ, ਬ੍ਰਹਮਾ ਨੇ ਵੀ ਹਿਤ ਧਾਰ ਕੇ ਬ੍ਰਹਮ ਪਦਵੀ ਪ੍ਰਾਪਤ ਕੀਤੀ ਹੈ। ਇਹ ਪਦਵੀਆਂ ਵੀ ਜਿਹੜੀਆਂ ਨੇ ਪੁੰਨੀ ਲੋਕਾਂ ਨੂੰ ਪ੍ਰਾਪਤ ਹੁੰਦੀਆਂ ਨੇ। ਬ੍ਰਹਮ ਲੋਕ ਦੀ, ਸ਼ਿਵ ਲੋਕ ਦੀ, ਇੰਦਰ ਲੋਕ ਦੀ। ਜਿਹੜੇ ਜਿਹੜੇ ਕਰਮ ਕੀਤੇ ਹੁੰਦੇ ਨੇ, ਜਿਨ੍ਹਾਂ ਨੇ ਪੁੰਨ ਕਰਮ ਜ਼ਿਆਦਾ ਕੀਤੇ ਹੋਣ, ਇਸੇ ਤਰ੍ਹਾਂ ਕਾਮਨਾ ਦੇ ਸਹਿਤ ਤਪ ਕੀਤਾ ਹੋਵੇ, ਸਾਨੂੰ ਰਾਜ ਭਾਗ ਮਿਲੇ, ਉਹਨਾਂ ਨੂੰ ਫਿਰ ਇਹ ਪਦਵੀਆਂ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਉਹਨਾਂ ਦੇ ਪੁੰਨ ਕਰਮ ਖਤਮ ਹੋ ਜਾਂਦੇ ਨੇ ਫਿਰ ਉਹ ਪਦਵੀ ਤੋਂ ਉਤਰਦੇ ਹਨ। ਇਸ ਕਰਕੇ ਕਈ ਬ੍ਰਹਮੇ, ਕਈ ਇੰਦਰ, ਕਈ ਸ਼ਿਵਪੁਰੀਆਂ ਦੇ ਮਾਲਕ ਬਣੇ ਹਨ। ਕਈਆਂ ਨੇ ਇੰਦਰਪੁਰੀ ਦੇ ਵਿੱਚ ਰਾਜ ਕੀਤਾ। ਮਾਂ ਕਹਿਣ ਲੱਗੀ ਸਿਆਣੀ ਸੀ ਨਾ, ਤੇ ਜੇ ਕਿਤੇ ਨਾ ਸਿਆਣੀ ਹੁੰਦੀ ਫਿਰ ਤਾਂ ਉਹਨੇ ਕਹਿਣਾ ਸੀ ਪੁੱਤਰ ਵੱਡਾ ਹੋ, ਫੌਜਾਂ ਇਕੱਠੀਆਂ ਕਰ ਤੇ ਪਿਤਾ ਦੇ ਨਾਲ ਜੰਗ ਕਰੀ ਤੇ ਰਾਜ ਭਾਗ ਖੋਹ ਲਈ। ਪਰ ਸਿਆਣੀ ਸੀ, ਕਹਿਣ ਲੱਗੀ ਪੁੱਤਰ ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ।
ਦੋਸ਼ ਤਾਂ ਆਪਣੇ ਕਰਮਾਂ ਦਾ ਹੈ। ਨਹੀਂ ਨਾਮ ਜਪਿਆ, ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਹੈ ਰਾਣੀ ਪਰ ਹਾਲਤ ਗੋਲੀਆਂ ਨਾਲੋਂ ਵੀ ਮਾੜੀ ਹੈ। ਜੇ ਤੈਨੂੰ ਇਹ ਪਦਵੀ ਚਾਹੀਦੀ ਹੈ, ਇੱਛਾ ਹੈ, ਫਿਰ ਤੂੰ ਉਹ ਭਗਤੀ ਕਰ ਪਰਮੇਸ਼ਰ ਦੀ, ਜਿਸ ਭਗਤੀ ਨੂੰ ਕਰਕੇ ਬ੍ਰਹਮਾ ਨੇ ਬ੍ਰਹਮਪੁਰੀ ਦਾ ਰਾਜ ਲਿਆ ਹੈ। ਤੋਰ ਪਿਤਾਮਾ ਭਾ ਮਨੁ ਰਾਜੂ, ਤੇਰਾ ਜਿਹੜਾ ਪਿਤਾਮਾ ਦਾਦਾ ਹੋਇਆ ਮਨੂ ਰਾਜਾ, ਕੀਨ ਅਨਿਕ ਮਖਪੂਰ ਸਮਾਜੂ, ਤੇ ਉਸ ਨੇ ਸੰਸਾਰ ਦੇ ਅੰਦਰ ਭਾਰੀ ਤਪ ਕੀਤਾ ਹੈ। ਹਰ ਕੋ ਸਿਮਰਨ ਕਰ ਸੁਖ ਪਾਵਾ, ਪ੍ਰਭੂ ਦਾ ਸਿਮਰਨ ਕਰਕੇ ਭਾਰੀ ਸੁਖ ਪ੍ਰਾਪਤ ਕੀਤਾ। ਗੁਣ ਪ੍ਰਭ ਪਦ ਮਹਿ ਅੰਤ ਸਮਾਵਾ, ਤੇ ਫਿਰ ਪ੍ਰਭੂ ਦੇ ਚਰਨਾਂ ਦੇ ਵਿੱਚ ਅੰਤ ਨੂੰ ਸਮਾ ਗਿਆ। ਤਾਂ ਤੇ ਹੈ ਸੁਤ ਮਨ ਕਰਮ ਬਚਨਾ, ਇਸ ਕਰਕੇ ਪੁੱਤਰ ਮਨ ਕਰਕੇ ਕਰਮ ਕਰਕੇ ਬਚਨਾ ਕਰਕੇ ਜਾਹੋ ਸ਼ਰਨ ਜਾਂ ਕੀ ਸਭ ਰਚਨਾ, ਜਾਓ ਪ੍ਰਭੂ ਦੀ ਸ਼ਰਨ ਚਲੇ ਜਾਓ, ਮਨ ਬਾਣੀ ਸਰੀਰ ਕਰਕੇ ਉਹਦੀ ਭਗਤੀ ਕਰੋ। ਭਗਤ ਬਣੋ ਜਿਸ ਪ੍ਰਭੂ ਨੇ ਸਾਰੇ ਸੰਸਾਰ ਨੂੰ ਰਚਿਆ ਹੈ। ਖੋਜਤ ਮੁਨ ਜਨ ਜੋਗੀ ਜਾਸੂ, ਜਿਸ ਪ੍ਰਭੂ ਨੂੰ ਮੁਨੀ ਜਨ ਵੀ ਲੱਭਦੇ ਹਨ। ਸਿਮਰੋ ਤੇ ਪਹਿਓ ਫਲ ਆਸੂ, ਉਸ ਦਾ ਸਿਮਰਨ ਕਰੋ ਤੇ ਭਾਰੀ ਫਲ ਪ੍ਰਾਪਤ ਕਰੋਗੇ। ਸੁਣਿਓ ਮਾਤ ਉਪਦੇਸ਼ ਵਿਸਾਲਾ, ਮਾਤਾ ਕੋਲੋਂ ਇਹ ਉਪਦੇਸ਼ ਧਰੂ ਜੀ ਨੇ ਸੁਣਿਆ। ਹਿਰਦੈ ਧੀਰ ਧਰੀ ਤਿਹ ਕਾਲਾ, ਉਸ ਸਮੇਂ ਭਗਤ ਜੀ ਨੇ ਹਿਰਦੇ ਵਿੱਚ ਧੀਰਜ ਧਾਰਿਆ ਹੈ। ਸੰਗਤ ਜੀ, ਇਹ ਵਾਕਿਆ ਭਾਈ ਗੁਰਦਾਸ ਜੀ ਨੇ 10ਵੀਂ ਵਾਰ ਦੀ ਪਹਿਲੀ ਪੌੜੀ ਦੇ ਅੰਦਰ ਵੀ ਜ਼ਿਕਰ ਕੀਤਾ ਹੈ। ਭਗਤ ਜੀ ਦਾ ਜੀਵਨ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰਈ ਕੀਤਾ, ਡੱਢੋ ਲੀਕਾ ਮਾਂ ਪੁੱਛੈ ਤੂੰ ਸਾਵਾਣੀ ਹੈ ਕਿ ਸੁਰੀਤਾ। ਕਹਿੰਦਾ ਕਿ ਤੂੰ ਰਾਣੀ ਹੈ ਕਿ ਗੋਲੀ ਹੈ। ਕਹਿੰਦੀ ਹੈ ਸਾਵਾਣੀ ਹਾਂ ਮੈਂ ਜਨਮ ਦੀ, ਜਨਮ ਕਰਕੇ ਮੈਂ ਰਾਣੀ ਹਾਂ। ਸਾਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਪਰ ਭਗਤੀ ਨਾ ਹੋਣ ਕਰਕੇ ਨਾ ਮੈਂ ਰਾਣੀ ਹੁੰਦਿਆਂ ਹੋਇਆਂ ਵੀ ਗੋਲੀਆਂ ਵਾਲੀ ਹਾਲਤ ਮੇਰੀ ਹੋ ਰਹੀ। ਜੇ ਭਗਤੀ ਨਹੀਂ, ਸਿਮਰਨ ਨਹੀਂ, ਪੁੰਨ ਕਰਮ ਕਰਕੇ ਰਾਜ ਤਾਂ ਪਾ ਲਾਂਗੇ, ਪਰ ਰਾਜ ਭਾਗ ਪ੍ਰਾਪਤ ਕਰਕੇ ਵੀ ਸੁੱਖ ਨਹੀਂ ਮਾਣ ਸਕਦੇ, ਕਿਉਂਕਿ ਅਸਲ ਸੁੱਖ ਤਾਂ ਪ੍ਰਭੂ ਦੀ ਭਗਤੀ ਵਿੱਚ ਹੀ ਹੈ। ਇੱਥੇ ਕਹਿਣ ਲੱਗੇ ਭਾਈ ਗੁਰਦਾਸ ਜੀ, ਅੱਗੋਂ ਕਹਿੰਦੀ ਆ ਸਾਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਪੁੱਛਦੇ ਨੇ ਭਗਤ ਜੀ, ਮਾਂ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਹੁਣ ਮੈਨੂੰ ਕੋਈ ਹੱਲ ਤਾਂ ਦੱਸ ਕਿ ਕਿਹੜੇ ਉਦਮ ਦੇ ਨਾਲ ਮੈਨੂੰ ਰਾਜ ਮਿਲ ਸਕਦਾ ਹੈ। ਮੈਨੂੰ ਸਾਰੇ ਪਿਆਰ ਕਰਨ, ਸਾਰੇ ਵੈਰੀ ਮਿੱਤਰ ਬਣ ਜਾਣ। ਤੇ ਮਾਂ ਕੋ ਕਹਿਣ ਲੱਗੀ, ਪੁੱਤਰ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਪਰਮੇਸ਼ਰ ਆਰਾਧੀਐ, ਜਿੱਦੂ ਹੋਈ ਹੈ ਪਤਤ ਪੁਨੀਤਾ। ਮਾਂ ਨੇ ਇਹ ਅੱਗੋਂ ਉਪਦੇਸ਼ ਦਿੱਤਾ ਸੀ, ਉਸ ਪ੍ਰਭੂ ਦੀ ਆਰਾਧਨਾ ਕਰ ਜਿਹਨੂੰ ਆਰਾਧ ਕੇ ਪਤਤ ਵੀ ਪਵਿੱਤਰ ਹੋ ਜਾਂਦੇ ਹਨ। ਤੇ ਅੱਗੋਂ ਫਿਰ ਭਗਤ ਧਰੂ ਜੀ ਨੇ ਪਰਮੇਸ਼ਰ ਆਰਾਧੀਐ, ਜਿੱਦੂ ਹੋਈ ਹੈ ਪਤਤ ਪੁਨੀਤਾ, ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਮਾਂ ਕੋਲੋਂ ਸਿੱਖਿਆ ਲੈ ਕੇ ਭਗਤ ਜੀ ਫਿਰ ਜਿਸ ਤਰ੍ਹਾਂ ਤਪ ਕਰਨ ਗਏ ਹਨ, ਅੱਗੇ ਕਵੀ ਜੀ ਲਿਖਦੇ ਹਨ ਕਿ ਭਗਤ ਧਰੂ ਜੀ ਨੂੰ ਮਾਂ ਨੇ ਸਿੱਖਿਆ ਦਿੱਤੀ, ਪੁੱਤਰ ਉਹ ਪਰਮੇਸ਼ਰ ਦੀ ਆਰਾਧਨਾ ਕਰ ਜਿਹਦੀ ਸਾਰੀ ਇਹ ਰਚਨਾ ਹੈ। ਤੂਰਨ ਤ੍ਰਿਣ ਸਮਪੁਰ ਕੋ ਤਿਆਗੀ, ਮਾਂ ਕੋਲੋਂ ਉਪਦੇਸ਼ ਲੈ ਕੇ ਧੀਰਜ ਧਾਰਿਆ ਤੇ ਕੱਖਾਂ ਦੇ ਸਮਾਨ ਸਾਰੀ ਜਿਹੜੀ ਆਪਣੀ ਪੁਰੀ ਸੀ ਉਹ ਵਸਦੀ ਹੋਈ ਛੱਡ ਦਿੱਤੀ, ਕਿਉਂਕਿ ਰਾਜੇ ਦੇ ਪੁੱਤਰ ਸੀ ਨਾ। ਇਸ ਤਰ੍ਹਾਂ ਸਾਰਾ ਕੁਝ ਤਿਆਗ ਗਏ, ਜਿਸ ਤਰ੍ਹਾਂ ਆਪਾਂ ਕੱਖ ਤਿਆਗ ਦਈਦੇ ਨੇ, ਤੀਲੇ ਤਿਆਗ ਦਈਦੇ ਨੇ, ਘਾਹ ਨੂੰ ਤਿਆਗ ਦਈਦਾ ਹੈ। ਮਦ ਬਨ ਕੋ ਗਮਨਿਓ ਵਡ ਭਾਗੀ, ਜੰਗਲ ਦੇ ਵਿੱਚ ਵਡਭਾਗੇ ਜਿਹੜੇ ਸਾਨੂੰ ਚੱਲ ਪਏ। ਨਾਰਦ ਸੁਨ ਕਰ ਸਭ ਬਿਰਤੰਤਾ, ਨਾਰਦ ਜੀ ਨੇ ਸਾਰਾ ਬਿਰਤਾਂਤ ਸੁਣਿਆ ਹੈ। ਮਿਲਿਓ ਆਨ ਮਗ ਮਾਹੇ ਤੁਰੰਤਾ, ਬੜੀ ਛੇਤੀ ਦੇ ਨਾਲ ਨਾਰਦ ਜੀ ਧਰੂ ਨੂੰ ਰਸਤੇ ਵਿੱਚ ਆ ਕੇ ਮਿਲੇ ਨੇ। ਧਰੁ ਮਨ ਕੀ ਲਖ ਕਰ ਗਿਰ ਖਰਾਈ, ਰਿਖੀਆਂ ਦੇ ਰਾਜਾ ਨਾਰਦ ਜੀ ਨੇ ਧਰੂ ਜੀ ਦੇ ਮਨ ਦੀ ਜਾਣ ਕੇ ਸਿਵ ਸਿਰ ਪਰ ਕਰ ਪਰਸਿਓ ਹਿਤ ਲਾਈ, ਬੜੇ ਪਿਆਰ ਦੇ ਨਾਲ ਧਰੂ ਦੇ ਸਿਰ ਤੇ ਹੱਥ ਫੇਰਿਆ। ਬਾਲ ਆਰਬਲ ਮ੍ਰਿਦੁਲ ਵਿਸਾਲਾ, ਜਿਨ੍ਹਾਂ ਦੀ ਬਾਲ ਆਰਬਲਾ ਹੈ, ਛੋਟੀ ਉਮਰ ਹੈ ਤੇ ਸੁਭਾਅ ਬੜਾ ਕੋਮਲ ਹੈ। ਸੁਣ ਬਿਮਾਦ ਬਚ ਭਾ ਉਰਸਾਲਾ, ਮਤਰਈ ਮਾਂ ਦੇ ਬਚਨ ਸੁਣ ਕੇ ਹਿਰਦਾ ਬੜਾ ਦੁਖੀ ਹੋਇਆ। ਵਿਗਸਤ ਬਾਨੀ ਬਦਨ ਬਖਾਨੀ, ਹੱਸ ਕੇ ਧਰੂ ਜੀ ਨੂੰ ਇਸ ਤਰ੍ਹਾਂ ਕਹਿਣ ਲੱਗੇ, ਸਿਸ ਤਬ ਬੈ ਮਨ ਹੈ ਮਾਨ ਅਮਾਨੀ। ਕਹਿਣ ਲੱਗੇ ਧਰੂ ਜੀ ਨੂੰ ਕਹਿੰਦੇ ਨੇ, ਤਬ ਬੈ ਨਹਿ ਮਾਨ ਅਮਾਨੀ। ਪੁੱਤਰ ਤੇਰੀ ਜਿਹੜੀ ਉਮਰ ਹੈ ਨਾ ਉਹ ਆਦਰ ਨਿਰਾਦਰ ਵਾਲੀ ਨਹੀਂ ਹੈ, ਕਿਉਂਕਿ ਬੱਚੇ ਨੂੰ ਲੋਕ ਕਿੰਨਾ ਕੁਝ ਕਹਿ ਦਿੰਦੇ ਨੇ, ਪਰ ਬੱਚਾ ਕਿਸੇ ਗੱਲ ਦਾ ਉਹ ਪੱਕੇ ਤੌਰ ਤੇ ਗੁੱਸਾ ਕਰਕੇ ਬੈਠ ਜਾਵੇ ਤੇ ਗੱਲ ਨਹੀਂ ਬਣਦੀ।
ਤੇਰੀ ਉਮਰ ਛੋਟੀ ਹੈ ਤੇ ਮਾਨ ਅਮਾਨ ਵਾਲੀ, ਆਦਰ ਨਰਾਦਰ ਵਾਲੀ ਨਹੀਂ ਹੈ। ਖਾਣ ਪਾਨ ਖੇਲਣ ਰਸ ਰੀਤਾ, ਤੇਰੀ ਉਮਰ ਤਾਂ ਖਾਣ ਪੀਣ ਵਾਲੀ, ਹੱਸਣ ਖੇਡਣ ਦੀ ਹੈ। ਇਨਹ ਚਾਹੇ ਤੂੰ ਕਿਉਂ ਵਿਪਰੀਤਾ, ਇਹ ਚੀਜ਼ਾਂ ਛੱਡ ਕੇ ਤੂੰ ਕਿਧਰ ਉਲਟ ਹੋ ਕੇ ਤੁਰ ਪਿਆ ਹੈ। ਅਬੈ ਗਿਆਨ ਕੀ ਕੀਨਸ ਪ੍ਰੀਹਾ, ਇਸੇ ਉਮਰ ਵਿੱਚ 5 ਸਾਲਾਂ ਦੀ ਉਮਰ ਵਿੱਚ ਹੀ ਤੂੰ ਗਿਆਨ ਲੈਣ ਦੀ ਇੱਛਾ ਰੱਖ ਲਈ ਹੈ। ਤਾਂ ਪਰਸਨੋ ਬਾਤ ਮਮ ਲੀਹਾ, ਕਹਿਣ ਲੱਗੇ ਇਸ ਦੇ ਉੱਤੇ ਮੇਰੀ ਜਿਹੜੀ ਸੁੰਦਰ ਬਾਤ ਸੁਣੋ। ਜਬ ਪ੍ਰਾਨੀ ਕੋ ਉਪਜਹਿ ਗਿਆਨਾ, ਜਦੋਂ ਜੀਵ ਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ, ਸ਼ਤਰੂ ਮਿੱਤਰ ਦੁਖ ਸੁਖ ਸਮਾਨਾ, ਫਿਰ ਤੇ ਸਾਰੇ ਵੈਰੀ ਮਿੱਤਰ ਦੁੱਖ ਸੁੱਖ ਇੱਕ ਸਮਾਨ ਹੋ ਜਾਂਦੇ ਨੇ। ਕਉ ਤਪ ਕਰਨ ਬਾਦ ਹੈ ਤੇਰੂ, ਫਿਰ ਤੇਰੇ ਤਪ ਕਰਨ ਦਾ ਕੀ ਫਾਇਦਾ ਹੈ? ਤੂੰ ਤਪ ਕਰਨਾ ਚਾਹੁੰਦਾ ਹੈ ਕਿ ਤੇਰਾ ਪਿਤਾ ਅੱਜ ਤੇਰਾ ਵੈਰੀ ਬਣਿਆ ਹੈ। ਜਦ ਤਪ ਕਰਕੇ ਤੈਨੂੰ ਬ੍ਰਹਮ ਗਿਆਨ ਹੋਵੇਗਾ ਤੇ ਵੈਰੀ ਮਿੱਤਰ ਇੱਕ ਜੇ ਲੱਗਣਗੇ ਤੇ ਫਿਰ ਦੁੱਖ ਸੁੱਖ ਇੱਕ ਸਮਾਨ ਲੱਗੇਗਾ। ਹਟ ਹੋ ਜਾਹੋ ਗ੍ਰਹਿ ਕਰੋ ਬਸੇਰੂ, ਇਸ ਲਈ ਹੁਣ ਜਾ ਤੇ ਵਾਪਸ ਮੁੜ ਜਾ ਤੇ ਆਪਣੇ ਘਰ ਵਿੱਚ ਜਾ ਕੇ ਰਹਿ। ਜੇ ਤੋ ਸੁਖ ਤੁਝ ਦੇ ਬਿਮਾਤਾ, ਜਿੰਨਾ ਸੁਖ ਤੈਨੂੰ ਤੇਰੀ ਮਤਰਈ ਮਾਂ ਦਿੰਦੀ ਹੈ, ਤਿਤੋ ਜਾਏ ਭੋਗੋ ਹੈ ਤਾਤਾ, ਉਹਨਾਂ ਸੁਖ ਤੂੰ ਪੁੱਤਰ ਜਾ ਕੇ ਭੋਗਣਾ ਕਰ। ਕਰ ਸੰਤੋਖ ਰਹੋ ਘਰ ਮਾਹੀ, ਸੰਤੋਖ ਧਾਰ ਕੇ ਆਪਣੇ ਘਰ ਦੇ ਵਿੱਚ ਰਹਿਣਾ ਕਰ। ਅਹੋ ਵਤਸ ਬਨ ਕੁਛ ਸੁਖ ਨਾਹੀ, ਐ ਬਾਲਕ ਐ ਪੁੱਤਰ, ਜੰਗਲ ਦੇ ਵਿੱਚ ਕਿਹੜਾ ਸੁਖ ਰੱਖਿਆ ਹੈ? ਜੋ ਤਵ ਜਨਨ ਕੀਨੇ ਉਪਦੇਸ਼ਾ, ਜੇ ਤੈਨੂੰ ਤੇਰੀ ਮਾਂ ਨੇ ਉਪਦੇਸ਼ ਦਿੱਤਾ ਹੈ, ਲੈਣ ਚਹੋ ਵੱਡ ਤਿਹ ਵਡੋ ਸੰਦੇਸ਼ਾ, ਤੇ ਤੂੰ ਵੱਡਾ ਖਤਰਾ ਇਹ ਮੁੱਲ ਲੈਣਾ ਚਾਹੁੰਦਾ ਹੈ। ਖੋਜਤ ਜੇ ਕੋ ਮੁਨੀ ਜਗੇਸ਼ਵਰ, ਜਿਸ ਪਰਮੇਸ਼ਰ ਨੂੰ ਮੁਨੀ ਜਨ ਖੋਜ ਰਹੇ ਲੱਭ ਰਹੇ ਹਨ, ਦੁਰਾਰਾਧਿਆ ਸੋ ਲਖ ਪਰਮੇਸ਼ਵਰ, ਜਿਸ ਦੀ ਆਰਾਧਨਾ ਕਠਨ ਹੈ, ਜਿਸ ਪਰਮੇਸ਼ਰ ਨੂੰ ਜਾਣਨਾ ਬੜਾ ਕਠਨ ਹੈ। ਤਬ ਤਾਪਹਿ ਤੀਬਰ ਚਿਰ ਕਾਲਾ, ਤਪ ਕਰਨ ਦੀ ਤਪ ਹੈ, ਬਰ ਚਿਰੰ ਕਾਲਾ, ਤੇ ਲੰਮਾ ਸਮਾਂ ਤੂੰ ਤਪ ਕਰੇਗਾ। ਕਰ ਹੈ ਜਤਨ ਅਨੇਕ ਵਿਸਾਲਾ, ਬੜੇ ਅਨੇਕਾਂ ਹੀ ਯਤਨ ਕਰਨੇ ਪੈਣਗੇ। ਤਦਬ ਨ ਪਾਵੈ ਫਿਰਹਿ ਖੁਜੰਤੀ, ਇਹ ਮੁਨੀ ਜਾਨਣਾ ਲੰਮਾ ਸਮਾਂ ਤਪ ਕਰਦੇ ਨੇ, ਬਹੁਤ ਭਾਰੀ ਤਪ ਕਰਦੇ ਨੇ, ਤੇ ਫਿਰ ਵੀ ਉਹਨਾਂ ਨੂੰ ਪਰਮੇਸ਼ਰ ਨਹੀਂ ਮਿਲਦਾ। ਉਹਨੂੰ ਖੋਜਦੇ ਫਿਰਦੇ ਨੇ, ਲੱਭਦੇ ਫਿਰਦੇ ਨੇ। ਚਰਨ ਕਵਲ ਪ੍ਰਭ ਸ੍ਰੀ ਭਗਵੰਤੇ, ਉਹ ਭਗਵੰਤ ਦੇ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ। ਅਬ ਬੈ ਲਗ ਚਲੀਏ ਗ੍ਰਹਿ ਮਾਹੀ, ਹੁਣ ਤੇਰੀ ਉਮਰ ਛੋਟੀ ਹੈ ਧਰੂ, ਤੇ ਤੂੰ ਆਪਣੇ ਘਰ ਨੂੰ ਵਾਪਸ ਮੁੜ ਜਾ। ਹੋਏ ਤਰਨ ਤਬ ਕਰ ਸਚਾਹੀ, ਜਦ ਤੂੰ ਵੱਡਾ ਹੋਵੇਂਗਾ ਨਾ ਤੇ ਫਿਰ ਇਸ ਤਰ੍ਹਾਂ ਦੀ ਇੱਛਾ ਰੱਖੀ, ਫਿਰ ਇਧਰ ਆਵੀਂ ਤਪ ਕਰਨ ਵਾਸਤੇ। ਸੁਣ ਮੁਨਵਰ ਬਾਣੀ ਰਸਸਾਨੀ, ਕਹਿੰਦੇ ਜਦੋਂ ਰਸ ਦਾ ਇੱਕ ਜਿਹੜੇ ਰਿਖੀਆਂ ਦੇ ਮੁਨੀ ਸਨ ਨਾਰਦ ਜੀ, ਉਹਨਾਂ ਦੀ ਬਾਣੀ ਇਸ ਤਰ੍ਹਾਂ ਸੁਣੀ। ਬੋਲਿਓ ਧਰੁਵ ਜੋਰ ਜੁਗ ਪਾਨੀ, ਧਰੂ ਜੀ ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਕਹਿਣ ਲੱਗੇ, ਆਪ ਕਹਿਤ ਸਾਚੀ ਸਭ ਭਾਂਤੀ, ਐ ਮੁਨੀ ਜੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਬਿਲਕੁਲ ਸੱਚੀ ਹੈ, ਤਦਪ ਨਾ ਮੋ ਮਨ ਵਿਖੈ ਗਡਾਤੀ, ਪਰ ਤੁਹਾਡੀ ਗੱਲ ਮੇਰੇ ਮਨ ਨੂੰ ਨਹੀਂ ਲੱਗਦੀ। ਮੈਂ ਕੋ ਪੁਰਖ ਬਹਰੋ ਅਗਿਆਤੀ, ਮੈਨੂੰ ਤਾਂ ਮੇਰੀ ਮਾਂ ਕਹਿੰਦੀ ਹੈ ਕਿ ਤੂੰ ਬਹੁਤ ਮਾੜਾ ਪੁਰਖ ਹੈ ਤੇ ਅਗਿਆਨੀ ਹੈ। ਬਚ ਬਿਮਾਤ ਤੇ ਸੁਲਗਤ ਛਾਤੀ, ਇਹ ਮਤਰਈ ਮਾਂ ਦੇ ਜਿਹੜੇ ਬਚਨਾਂ ਨੂੰ ਸੁਣ ਕੇ ਮੇਰੀ ਛਾਤੀ ਧੁਖ ਰਹੀ ਹੈ। ਦਿਖਤ ਦੁਖਤ ਹਿਰਦਾ ਸੁਨ ਗਿਰਾ ਕਠੋਰਾ, ਇਹ ਜਿਹੜੀ ਕਠੋਰ ਬੋਲ ਸੁਣ ਕੇ ਮੇਰਾ ਹਿਰਦਾ ਦੁਖੀ ਹੈ। ਹਟਨੇ ਤ੍ਰਿਟਨਾ ਘਰੇ ਮਨ ਮੋਰਾ, ਹੁਣ ਮੈਂ ਵਾਪਸ ਘਰ ਨੂੰ ਨਹੀਂ ਜਾਵਾਂਗਾ। ਤੁਮ ਪਰ ਹਿਤ ਕੇ ਹੇਤ ਸਦਾਈ, ਤੁਸੀਂ ਤਾਂ ਸਦਾ ਹੀ ਪਰਾਏ ਦਾ ਭਲਾ ਕਰਦੇ ਹੋ। ਸਰਬ ਥਾਨ ਵਿਚਰੋ ਰਿਖ ਜਾਈ, ਐ ਰਿਖੀ ਜੀ ਸਾਰੀਆਂ ਥਾਵਾਂ ਉੱਤੇ ਜਾ ਕੇ ਵਿਚਰਦੇ ਹੋ। ਜੇ ਪਦ ਲੋ ਪਹੁੰਚੋ ਨਾ ਪਿਤਾਮਾ, ਤੇ ਜਿਹੜੀ ਪਦਵੀ ਤੱਕ ਮੇਰਾ ਪਿਤਾਮਾ ਜਿਹੜਾ ਰਾਜਾ ਸੀ ਉਤਾਨ ਪਦ ਦਾ ਪਿਤਾ ਉਹ ਨਹੀਂ ਪਹੁੰਚਿਆ, ਤਾਂ ਪਦ ਕੀ ਇੱਛਾ ਇਬਰਾਮਾ, ਉਸ ਪਦ ਤੱਕ ਪਹੁੰਚਣ ਦੀ ਮੇਰੀ ਇੱਛਾ ਹੈ। ਉਮਰ 5 ਵਰਿਆਂ ਦੀ ਹੈ। ਕਹਿਣ ਲੱਗੇ ਜਿਹੜੀ ਪਦਵੀ ਤੱਕ ਉਤਾਨ ਪਦ ਤੋਂ ਵੱਡਾ ਰਾਜਾ ਸੀ ਉਹਦਾ ਪਿਤਾ ਜਿਹੜਾ ਮੁਨੀ ਸ਼ੰਭੂ ਮੁਨ ਸੀ, ਕਹਿਣ ਲੱਗਾ ਜਿੱਥੋਂ ਤੱਕ ਮੇਰਾ ਦਾਦਾ ਨਹੀਂ ਨਾ ਪਹੁੰਚਿਆ ਉਸ ਪਦਵੀ ਤੱਕ ਮੈਂ ਪਹੁੰਚਣਾ ਚਾਹੁੰਦਾ ਹਾਂ। ਸੋ ਮਾਰਗ ਮੁਝ ਦੇਹੋ ਬਤਾਈ, ਤੁਸੀਂ ਕਿਰਪਾ ਕਰੋ ਮਾਰਗ ਰਸਤਾ ਮੈਨੂੰ ਦੱਸ ਦਿਓ। ਰਾਵਰ ਕਿਰਪਾ ਨਿਧਾਨ ਸਦਾਈ, ਆਪ ਜੀ ਤਾਂ ਸਦਾ ਹੀ ਕਿਰਪਾ ਦੇ ਖਜ਼ਾਨੇ ਹੋ। ਤਰਨ ਤੇਜ ਸਮ ਗਿਆਨ ਅਪਾਰਾ, ਤੁਹਾਡਾ ਜਿਹੜਾ ਸੂਰਜ ਵਾਂਗੂ ਤੇਜ ਪ੍ਰਤਾਪ ਹੈ ਤੇ ਬਹੁਤ ਗਿਆਨਵਾਨ ਹੋ। ਬੀਨਾ ਕਰ ਧਾਰੇ ਸੁਖ ਭਾਰਾ, ਨਾਰਦ ਜੀ ਹੱਥ ਵਿੱਚ ਬੀਣਾ ਰੱਖਦੇ ਹੋ, ਭਾਰੀ ਸੁਖ ਮਾਣਦੇ ਹੋ। ਸੁਣ ਬਚ ਲਖ ਸ਼ਰਦਾ ਜਿਹ ਗਾਢੀ, ਕਹਿੰਦੇ ਜਦੋਂ ਪ੍ਰਸੰਤਾ ਅਦਕ ਹੈ ਬਾਡੀ, ਸੁਣ ਕੇ ਮੁਨੀ ਜਿਹੜੇ ਨਾਰਦ ਸਨ ਬੜੇ ਪ੍ਰਸੰਨ ਹੋਏ ਹਨ ਧਰੂ ਜੀ ਤੇ। ਕਹਿਣ ਲਗਿਓ ਮੈਂ ਪ੍ਰਤੱਖ ਨੀਕੇ, ਕਹਿਣ ਲੱਗੇ ਐ ਪੁੱਤਰ
ਮੈਂ ਤਾਂ ਕੇਵਲ ਤੈਨੂੰ ਪਰਖਦਾ ਸੀ ਨੀਕੇ ਚੰਗੀ ਤਰ੍ਹਾਂ, ਤੇਰੀ ਪਰਖ ਕਰ ਰਿਹਾ ਸੀ। ਅਹੋ ਬਾਲ ਤਵ ਸ਼ਰਧਾ ਹੀ ਕੇ, ਐ ਧਰੂ ਤੇਰੇ ਮਨ ਦੀ ਮੈਂ ਸ਼ਰਧਾ ਦੇਖ ਲਈ, ਤੂੰ ਪੱਕੀ ਸ਼ਰਧਾ ਧਾਰ ਕੇ ਆਇਆ ਤਪ ਕਰਨ ਲਈ। ਹਿਤ ਕਲਿਆਣ ਪੰਥ ਲਖ ਸੋਊ, ਹੁਣ ਕਲਿਆਣ ਵਾਸਤੇ ਜਿਹੜਾ ਪੰਥ ਰਸਤਾ ਹੈ ਉਹ ਜਿਹੜਾ ਸੁਣੋ, ਤਵ ਜਨਨੀ ਭਾਖਿਓ ਸੁਭਜੋ। ਉਹ ਉਹੀ ਰਸਤਾ ਹੈ ਜਿਹਦੇ ਨਾਲ ਕਲਿਆਣ ਹੁੰਦੀ ਹੈ, ਜਿਹੜਾ ਤੇਰੀ ਮਾਤਾ ਨੇ ਦੱਸਿਆ ਹੈ। ਮਾਤਾ ਸੁਨੀਤਾ ਨੇ ਇਹੋ ਹੀ ਦੱਸਿਆ ਸੀ ਨਾ। ਪੁੱਛਿਆ ਸੀ ਭਗਤ ਜੀ ਨੇ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ, ਪਰਮੇਸ਼ਰ ਆਰਾਧੀਐ ਜਿੱਦੂ ਹੋਈ ਹੈ ਪਤਤ ਪੁਨੀਤਾ। ਇਹ ਮਾਂ ਨੇ ਸਿੱਖਿਆ ਦਿੱਤੀ ਸੀ, ਪੁੱਤਰਾ ਪਰਮੇਸ਼ਰ ਦੀ ਆਰਾਧਨਾ ਕਰ, ਭਗਤੀ ਕਰ, ਉਹਦੇ ਨਾਲ ਹੀ ਸਾਰੇ ਫਲ ਝੋਲੀ ਵਿੱਚ ਪੈਂਦੇ। ਅੱਗੋਂ ਨਾਰਦ ਜੀ ਕਹਿਣ ਲੱਗੇ, ਪੁੱਤਰ ਰਸਤਾ ਤੇ ਉਹੋ ਹੀ ਹੈ ਜਿਹੜਾ ਤੇਰੀ ਮਾਂ ਨੇ ਤੈਨੂੰ ਦੱਸ ਕੇ ਭੇਜਿਆ ਹੈ। ਸ੍ਰੀ ਕਰਤਾਰ ਸਗਲ ਗੁਣ ਖਾਨੀ, ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਾਰੇ ਗੁਣਾਂ ਦੀ ਖਾਨ ਹੈ। ਤਾਂ ਕੋ ਸੇਵੋ ਮਨ ਕਰਮ ਬਾਨੀ, ਮਨ ਕਰਕੇ ਬਾਣੀ ਕਰਕੇ ਕਰਮਾਂ ਕਰਕੇ ਉਹਨੂੰ ਸੇਵੋ, ਉਹਨੂੰ ਜਪੋ, ਉਹਨੂੰ ਧਿਆਵੋ, ਉਹਦੀ ਆਰਾਧਨਾ ਕਰੋ। ਧਰਮ ਅਰਥ ਕਾਮੰ ਪੁਨ ਪੋਖ ਮੋਖਾ, ਧਰਮ ਅਰਥ ਕਾਮ ਮੋਖ, ਪਾਇਓ ਚਹਿ ਜਿਹੇ ਨਰ ਬਿਨ ਦੋਖਾ। ਜੇ ਮਨੁੱਖ ਜੋ ਬਿਨਾਂ ਦੋਸ਼ ਤੋਂ ਇਹ ਪਾਉਣੇ ਚਾਹੁੰਦਾ ਹੈ, ਸੋ ਇੱਕ ਬਾਸ ਦੇਵ ਕੀ ਸ਼ਰਨਾ, ਫਿਰ ਇੱਕ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਵੇ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਜੇ ਧਰਮ ਅਰਥ ਕਾਮ ਮੁਖ ਚਾਹੀਦੇ ਨੇ, ਫਿਰ ਇੱਕ ਪਰਮੇਸ਼ਰ ਦੀ ਸ਼ਰਨ ਵਿੱਚ ਲੱਗ ਜਾਵੇ। ਅਪਰ ਉਪਾਵ ਨ ਕੋ ਬਰਨਾ, ਹੋਰ ਕੋਈ ਵੀ ਉਪਾਅ ਜਿਹੜਾ ਉਹ ਨਹੀਂ ਦੱਸਿਆ। ਧਰੂ ਜੀ ਨੇ ਪੁੱਛਿਆ ਨਾਰਦ ਨੂੰ, ਕਹਿਣ ਲੱਗੇ ਰਸਤਾ ਦੱਸ ਜਿਹਦੇ ਨਾਲ ਸਾਰਾ ਕੁਝ ਝੋਲੀ 'ਚ ਪਵੇ। ਤੇ ਨਾਰਦ ਜੀ ਕਹਿਣ ਲੱਗੇ ਇੱਕੋ ਇੱਕ ਰਸਤਾ ਹੈ, ਉਹ ਹੈ ਸੋ ਇੱਕ ਵਾਸੁਦੇਵ ਕੀ ਸ਼ਰਨ। ਇੱਕ ਪਰਮੇਸ਼ਰ ਦੀ ਸ਼ਰਨ ਵਿੱਚ ਜਾਓ। ਅਪਰ ਉਪਾਵ ਨਾ ਕੋ ਬਰਨਾ, ਹੋਰ ਕੋਈ ਉਪਾਅ ਤਾਂ ਦੱਸਿਆ ਹੀ ਨਹੀਂ ਨਾ। ਜੇ ਚਾਰ ਪਦਾਰਥ ਚਾਹੀਦੇ ਨੇ, ਫਿਰ ਇੱਕੋ ਇੱਕ ਉਪਾਅ ਹੈ, ਉਹ ਪਰਮੇਸ਼ਰ ਦੀ ਸ਼ਰਨ ਲੈਣਾ ਕਰੋ। ਅਬ ਮਦ ਬਨ ਜਮਨਾ ਤਟ ਜਾਏ, ਕਹਿੰਦੇ ਹੁਣ ਬ੍ਰਿਜ ਭੂਮੀ ਵਿੱਚ ਇੱਕ ਬਨ ਦਾ ਨਾਮ ਹੈ ਮਦਬਨ, ਉੱਥੇ ਜਾਓ ਜਮਨਾ ਦੇ ਕੰਢੇ ਤੇ। ਜਥਾ ਜੋਗ ਆਸਨ ਕੋ ਲਾਈ, ਉੱਥੇ ਜਾ ਕੇ ਜਥਾ ਜੋਗ ਆਸਣ ਲਾਵੋ। ਭਲ ਬਿਦ ਸਾਧੋ ਪ੍ਰਾਣੰ ਯਾਮਾ, ਤੇ ਭਲੀ ਵਿਧੀ ਦੇ ਨਾਲ ਪ੍ਰਾਣਾਯਾਮ ਦੀ ਸਾਧਨਾ ਕਰੋ। ਇਹ ਹੱਠ ਯੋਗ ਦਾ ਇੱਕ ਅੰਗ ਸੀ ਪ੍ਰਾਣਾਯਾਮ, ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਮੁਨੀ ਜਨ ਭਗਤ ਜਨ ਕਰਦੇ ਸਨ। ਹੈ ਤਾਂ ਬਹੁਤ ਕਠਿਨ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਗਤ ਯੋਗ ਦਿੱਤਾ ਹੈ, ਪ੍ਰੇਮ ਦਾ ਮਾਰਗ ਦਿੱਤਾ ਹੈ। ਪ੍ਰਾਣਾਯਾਮ ਆਪਾਂ ਪਿੱਛੇ ਵੀ ਸਰਵਣ ਕੀਤਾ। ਹੱਠ ਯੋਗ ਦੇ ਵਿੱਚ ਰੇਚਕ, ਪੂਰਕ ਤੇ ਕੁੰਭਕ, ਤੇ ਇਸੇ ਪ੍ਰਕਾਰ ਇਹ ਸਵਾਸ ਜਿਹੜਾ ਅਭਿਆਸ ਕਰਨਾ, ਭਾਵ 12 ਮਾਤਰਾ ਓੰਕਾਰ, ਉਤਾਂ ਨੂੰ ਸਾਹ ਚੜਾਉਣਾ ਨਾਸਕਾ ਰਾਹੀਂ, ਉਹਨੂੰ ਕਹਿੰਦੇ ਹਨ ਰੇਚਕ। ਅੰਦਰ ਟਿਕਾ ਲੈਣੇ 24 ਮਾਤਰਾ ਓੰਕਾਰ ਜਪਣਾ, ਉਹ ਕੁੰਭਕ ਹੈ। ਤੇ ਫਿਰ 12 ਮਾਤਰਾ ਜਿਹੜੀਆਂ ਨੇ ਓੰਕਾਰ ਦੀਆਂ ਸਵਾਸ ਛੱਡਣੇ, ਉਹ ਹੈ ਇਸੇ ਤਰ੍ਹਾਂ ਰੇਚਕ। ਖਿੱਚਣੇ ਸਵਾਸ ਉਹ ਪੂਰਕ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਇੱਥੇ ਵੀ ਆਪਾਂ ਪ੍ਰਾਣਾਯਾਮ ਸਿੱਖਾਂ ਨੂੰ ਦਿੱਤਾ ਹੈ। ਬੈਠ ਕੇ ਗੁਰੂ ਦੇ ਬਚਨ ਸੁਣਨੇ, ਬਾਣੀ ਸੁਣਨੀ, ਕੀਰਤਨ ਸੁਣਨਾ, ਇਹ ਪੂਰਕ ਹੈ। ਅੰਦਰ ਗੁਰੂ ਦੇ ਬਚਨਾਂ ਨੂੰ ਟਿਕਾ ਲੈਣਾ, ਇਹ ਕੁੰਭਕ ਹੈ। ਤਿਆਗਣ ਵਾਲੇ ਵਿਕਾਰ ਜਿਹੜੇ ਤਿਆਗਣੇ ਰੇਚਕ ਹੈ, ਇਹ ਪ੍ਰਾਣਾਯਾਮ ਦਿੱਤਾ ਹੈ। ਕਹਿੰਦੇ ਨਾਰਦ ਜੀ ਨੇ ਉਪਦੇਸ਼ ਦਿੱਤਾ ਕਿ ਜਾ ਫਿਰ ਜਮਨਾ ਦੇ ਕੰਢੇ ਤੇ ਜਾ ਕੇ ਬੈਠ, ਉੱਥੇ ਜਾ ਕੇ ਪ੍ਰਾਣਾਯਾਮ ਦੁਆਰਾ ਸਾਧਨਾ ਕਰ। ਹੋਵੇ ਹਿਰਦਾ ਬਿਮਲ ਅਬਰਾਮਾ, ਫਿਰ ਤੇਰਾ ਇਸ ਦੇ ਨਾਲ ਹਿਰਦਾ ਸੋਹਣਾ ਨਿਰਮਲ ਹੋ ਜਾਵੇਗਾ। ਤਰੋ ਧਿਆਨ ਤਬ ਸ੍ਰੀ ਹਰਿ ਪੂਰੰ, ਜੋ ਹਰੀ ਪੂਰੰ ਪਰਮੇਸ਼ਰ ਜੋ ਪੂਰਾ ਹੈ, ਉਹਦਾ ਜਾ ਕੇ ਆਰਾਧਨ ਕਰ, ਉਹਦਾ ਧਿਆਨ ਧਾਰ। ਸ਼ਿਆਮ ਸਰੂਪ ਅਨੂਪਮ ਰੂਰੰ, ਜਿਸ ਦਾ ਸੁੰਦਰ ਸਰੂਪ ਹੈ, ਉਹ ਸਰੂਪ ਜਾ ਕਰਕੇ ਆਪਣੇ ਧਿਆਨ ਦੇ ਵਿੱਚ ਧਾਰਨਾ ਕਰ। ਮਨ ਕੋ ਰੋਕੋ ਹੋਇ ਸਵਦਾਨਾ, ਆਪਣੇ ਮਨ ਨੂੰ ਰੋਕਣਾ ਕਰ ਸਾਵਧਾਨ ਹੋ ਕੇ। ਗੋਪ ਮੰਤਰ ਤੁਝ ਦਿਓ ਬਤਾਏ, ਮੈਂ ਇਹ ਮੰਤਰ ਤੇਰੇ ਤਾਈਂ ਦੱਸ ਦੇਣਾ ਹਾਂ। ਤੇ ਭਾਈ ਗੁਰਦਾਸ ਜੀ ਲਿਖਦੇ ਹਨ, ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ। ਇਹ ਜਿਹੜਾ ਮੰਤਰ ਸੀ, ਇਹ ਨਾਰਦ ਪਾਸੋਂ ਜਿਹੜਾ ਸੀ ਉਹ ਧਰੂ ਜੀ ਨੇ ਲੈਣਾ ਕੀਤਾ ਸੀ। ਸਪਤ ਦਿਵਸ ਜੋ ਪੜਾ ਬਣਾਏ, ਕਹਿੰਦੇ 7 ਦਿਨਾਂ ਤੱਕ ਜਦੋਂ ਤੂੰ ਇਹ ਮੰਤਰ ਜਪੇਂਗਾ, ਸਭ ਖੇਚਰ ਦਰਸੈ ਤਤਕਾਲਾ। ਖੇਚਰ ਨਾਮ ਦੇਵਤਿਆਂ ਦਾ ਹੈ, ਤੇ 7 ਦਿਨਾਂ ਬਾਅਦ ਹੀ ਤੈਨੂੰ ਸਾਰੇ ਦੇਵਤੇ ਦਿਸ ਪੈਣਗੇ। ਪਾਵਹਿ ਅਬ ਮਤ ਸੂਖ ਵਿਸਾਲਾ, ਪਰ ਤੂੰ ਸੁੰਦਰ ਮਤ ਦੁਆਰਾ, ਜੋ ਸੁੰਦਰਤਾ ਦਾ ਮੂਲ ਹੈ, ਉਹ ਸੁਖ ਪ੍ਰਾਪਤ ਕਰੇਗਾ ਪ੍ਰਭੂ ਦੀ ਆਰਾਧਨਾ ਕਰਕੇ। ਓਨਮ ਵਾਸਦੇਵ ਭਗਵਤ ਕੋ, ਤੇ ਇਹ ਜਿਹੜਾ ਸੀ ਮੰਤਰ ਇਹਨਾਂ ਦਿੱਤਾ ਸੀ, ਓਨਮ ਵਾਸਦੇਵ ਭਗਵਤ ਕੋ, ਕਿਉਂਕਿ ਉਸ ਵੇਲੇ ਵਾਸਦੇਵ ਜਪਦੇ ਸਨ।
ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ। ਜਿਹੜਾ ਸਤਿਯੁਗ ਦੇ ਵਿੱਚ ਵਾਸਦੇਵ ਜਪਦੇ ਸਨ ਉਹਦਾ ਪਹਿਲਾ ਵਾਵਾ ਅੱਖਰ, ਇਸੇ ਤਰ੍ਹਾਂ ਤੇ ਤ੍ਰੇਤੇ ਵਿੱਚ ਹਰੀ ਜਪਦੇ ਸਨ ਹਾਹਾ ਅੱਖਰ, ਦੁਆਪਰ ਵਿੱਚ ਗੋਬਿੰਦ ਜਪਦੇ ਸਨ ਗੱਗਾ ਅੱਖਰ, ਤੇ ਕਲਯੁਗ ਵਿੱਚ ਰਾਮ ਜਪਦੇ ਸੀ ਰਾਰਾ ਅੱਖਰ। ਭਾਈ ਗੁਰਦਾਸ ਜੀ ਲਿਖਦੇ ਨੇ ਚਾਰੇ ਯੁੱਗਾਂ ਦੇ ਮੰਤਰਾਂ ਦਾ ਅੱਖਰ ਲੈ ਕੇ ਸਤਿਗੁਰਾਂ ਨੇ ਵਾਹਿਗੁਰੂ ਗੁਰ ਮੰਤਰ ਜਿਹੜਾ ਉਹ ਸਾਡੇ ਤਾਈਂ ਬਖਸ਼ਿਆ। ਪਿਆਰ ਸਤਿਕਾਰ ਦੇ ਨਾਲ ਭਾਵਨਾ ਨਾਲ ਜਿਹੜਾ ਵਾਹਿਗੁਰੂ ਜਪਦਾ ਹੈ, ਚਾਰ ਯੁੱਗਾਂ ਦੀ ਭਗਤੀ ਦਾ ਫਲ ਉਹਦੀ ਝੋਲੀ ਵਿੱਚ ਪੈ ਜਾਂਦਾ ਹੈ। ਏਕ ਬਾਰ ਜਿਨ ਸ੍ਰੀ ਵਾਹਿਗੁਰੂ ਕਹਿਓ। ਕਹਿੰਦੇ ਉਸ ਵੇਲੇ ਨਾਰਦ ਜੀ ਨੇ ਵਾਸਦੇਵ ਜਿਹੜਾ ਗੁਰਮੰਤਰ ਸੀ ਉਹ ਧਰੂ ਜੀ ਨੂੰ ਦਿੱਤਾ ਹੈ। ਜਪੈ ਕਰਨ ਮਨ ਕੋ ਕਰ ਥਿਤ ਕੋ, ਮਨ ਨੂੰ ਥਿਤ ਕਰਕੇ ਰੋਕ ਕੇ ਇਸ ਮੰਤਰ ਦਾ ਜਾਪ ਕਰ। ਪੂਜਾ ਕਰਹਿ ਸਰਬ ਪ੍ਰਕਾਰੇ, ਹਰ ਤਰ੍ਹਾਂ ਉਸ ਪ੍ਰਭੂ ਦੀ ਪੂਜਾ ਕਰ। ਚੰਦਨ ਪੁਸ਼ਪਾਦਿਕ ਹਿਤ ਧਾਰੇ, ਚੰਦਨ ਫੁੱਲ ਆਦਿਕ ਇਹ ਲੈ ਕੇ ਸਭ ਬਿਦ ਸੁਣੀ ਧਰੁਵ ਨਿਜ ਸਰੋਨਾ। ਧਰੂ ਜੀ ਨੇ ਸਾਰੀ ਵਿਧੀ ਨਾਰਦ ਮੁਨੀ ਤੋਂ ਕੰਨਾਂ ਨਾਲ ਸੁਣ ਲਈ। ਪੁਨ ਪਦ ਬੰਦ ਕੀਓ ਬਨ ਗੋਨਾ, ਫਿਰ ਉਹਨੂੰ ਗੁਰੂ ਜਾਣ ਕੇ ਤੇ ਉਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਉਹਨਾਂ ਕੋਲੋਂ ਮੰਤਰ ਲੈ ਕੇ ਤੇ ਫਿਰ ਜੰਗਲ ਦੇ ਵਿੱਚ ਗਏ ਹਨ। ਪਹੁੰਚਿਓ ਮਦਬਨ ਤਪਹਿ ਆਰੰਭਾ, ਇਹ ਬ੍ਰਿਜ ਦਾ ਜੰਗਲ ਦਾ ਇੱਕ ਬਨ ਹੈ ਜਿਹਦਾ ਨਾਮ ਹੈ ਮਦਬਨ। ਉਥੇ ਫਿਰ ਭਗਤ ਜੀ ਪਹੁੰਚ ਗਏ ਹਨ। ਜਹ ਰਵ ਤਨੀਆ ਪਾਵਨ ਅੰਬਾ, ਇੱਥੇ ਜਿੱਥੇ ਸੂਰਜ ਦੀ ਪੁੱਤਰੀ ਜਿਹੜੀ ਜਮਨਾ ਹੈ ਉਸ ਦਾ ਪਵਿੱਤਰ ਜਲ ਚੱਲ ਰਿਹਾ ਹੈ। ਚਲ ਨਾਰਦ ਨਿਰਭਕੇ ਟਿਗੇ ਆਵਾ, ਉਥੇ ਧਰੂ ਜੀ ਪਹੁੰਚ ਗਏ ਤੇ ਜਿਹੜਾ ਨਾਰਦ ਸੀ ਉਹ ਫਿਰ ਚੱਲ ਕੇ ਇਸ ਦੇ ਪਿਤਾ ਉਤਾਨਪਾਦ ਦੇ ਕੋਲ ਗਿਆ। ਸੁਤ ਵਿਯੋਗ ਜਿਹੇ ਮੁਖ ਮੁਰਝਾਵਾ, ਤੇ ਧਰੂ ਜੀ ਦਾ ਪਿਤਾ ਉਤਾਨਪਾਦ ਆਪਣੇ ਪੁੱਤਰ ਦੇ ਵਿਛੋੜੇ ਕਰਕੇ ਦਾ ਮੂੰਹ ਮੁਰਝਾਇਆ ਸੀ। ਦੇਖ ਰਿਖ ਕੋ ਨਿਰਪ ਆਦਰ ਦੀਨਾ, ਰੇਖੀ ਦੇਖ ਕਰਕੇ ਨਾਰਦ ਨੂੰ ਉਤਾਨਪਾਦ ਨੇ ਬੜਾ ਸਤਿਕਾਰ ਦਿੱਤਾ। ਪੂਜ ਪਾਏ ਪਰ ਪ੍ਰਣਮ ਕੀਨਾ, ਤੇ ਪੂਜ ਪਾਏ ਕਰ ਪਰਣਮ ਕੀਨਾ, ਇਹਦੇ ਚਰਨਾਂ ਤੇ ਪੈ ਕੇ ਇਹਨੂੰ ਪੂਜਿਆ, ਇਹਨੂੰ ਨਮਸਕਾਰ ਕੀਤੀ। ਬੋਲਿਓ ਨਾਰਦ ਮੁਨੀ ਪ੍ਰਬੀਨਾ, ਕਹਿੰਦੇ ਫਿਰ ਨਾਰਦ ਜਿਹੜਾ ਸੀ ਉਤਾਨਪਾਦ ਦੇ ਤਾਈਂ ਕਹਿਣ ਲੱਗਾ, हे ਭੂਪਤ ਤਬ ਬਦਨ ਮਲੀਨਾ। ਹੈ ਰਾਜਨ ਉਤਾਨਪਾਦ ਤੇਰਾ ਚਿਹਰਾ ਕਿਉਂ ਉਤਰਿਆ, ਬੜਾ ਤੇਰਾ ਮੂੰਹ ਮੁਰਝਾਇਆ ਹੈ। ਧਰਮ ਅਰਥ ਕੋ ਬਿਗੜਿਓ ਆਜੂ, ਕੋਈ ਧਰਮ ਦਾ ਕੋਈ ਅਰਥ ਦਾ ਕੰਮ ਵਿਗੜ ਗਿਆ ਹੈ ਅੱਜ ਤੇਰਾ। ਸੁਣੀਏ ਬਚਨ ਭਨੇ ਨਰ ਰਾਜੂ, ਅੱਗੋਂ ਉਤਾਨਪਾਦ ਸੁਣ ਕੇ ਕਹਿਣ ਲੱਗਾ ਨਾਰਦ ਸੁਣਨਾ ਕਰ ਮੇਰਾ ਦੁੱਖ ਕੀ ਹੈ। हे ਮੁਨ ਮੈਂ ਕਾਮੀ ਮਤਹੀਨਾ, ਐ ਮੁਨੀ ਮੈਂ ਤਾਂ ਕਾਮ ਦੇ ਅਧੀਨ ਹੋਇਆ ਹਾਂ। ਲੰਪੜ ਸਦਾ ਰਹੋ ਤੀਏ ਦੀਨਾ, ਮੈਂ ਤੇ ਆਪਣੀ ਇਸਤਰੀ ਦੇ ਪਿਆਰ ਦੇ ਵਿੱਚ ਮੋਹ ਵਿੱਚ ਫਸਿਆ ਸੀ। ਬਾਲਕ ਪੰਚ ਬਰਖ ਕੋ ਜੋ, ਮੇਰਾ ਪੁੱਤਰ ਜੋ 5 ਸਾਲਾਂ ਦਾ ਹੈ। ਬਿਨ ਅਪਰਾਧ ਤਜਿਓ ਮੈਂ ਸੋਊ, ਮੈਂ ਬਿਨਾਂ ਅਪਰਾਧ ਤੋਂ ਬਿਨਾਂ ਕਿਸੇ ਕਸੂਰ ਤੋਂ ਪੁੱਤਰ ਤਿਆਗ ਦਿੱਤਾ। ਅਬ ਉੱਠ ਗਇਓ ਕਰਨ ਤਪ ਬਨ ਮੈਂ, ਹੁਣ ਮੇਰਾ ਪੁੱਤਰ ਧਰੂ ਜੰਗਲ ਵੱਲ ਚਲਾ ਗਿਆ ਤਪ ਕਰਨ ਦੇ ਲਈ। ਸ਼ੁਦਾ ਹੋਏ ਸ਼ਰਮ ਸੀਤ ਉਸ਼ਨ ਮੈਂ, ਹੁਣ ਉੱਥੇ ਉਹਨੂੰ ਭੁੱਖ ਲੱਗੇਗੀ, ਠੰਡ ਦਾ ਸਮਾਂ ਆਵੇਗਾ, ਗਰਮੀ ਦਾ ਸਮਾਂ ਆਵੇਗਾ। ਸੋ ਕਿਮ ਸਹਿਜ ਸੰਕਟ ਭਾਰੇ, ਇੰਨੇ ਭਾਰੀ ਸੰਕਟ ਮੇਰਾ ਪੁੱਤਰ ਧਰੂ ਕਿਸ ਤਰ੍ਹਾਂ ਸਹਾਰੇਗਾ। ਖਾਏ ਜਾਏ ਕੋ ਬਿਨ ਰਖਵਾਰੇ, ਬਿਨਾਂ ਰਾਖੀ ਤੋਂ ਉਹਨੂੰ ਕੋਈ ਜਾਨਵਰ ਹੀ ਜੰਗਲੀ ਖਾ ਜਾਵੇਗਾ। ਕਰੁਣਾ ਬੈਣ ਸੁਨੇ ਮੁਨ ਰਾਏ, ਕਹਿੰਦੇ ਜਦ ਨਾਰਦ ਨੇ ਇਸ ਤਰ੍ਹਾਂ ਦੇ ਬੋਲ ਰਾਜੇ ਉਤਾਨਪਾਦ ਦੇ ਸੁਣੇ, ਹੇਤ ਪ੍ਰਬੋਧਨ ਗਿਰਾ ਅਲਾਏ, ਇਹਨੂੰ ਸਮਝਾਉਣ ਵਾਸਤੇ ਗਿਆਨ ਦੇਣ ਵਾਸਤੇ ਫਿਰ ਇਹਦੇ ਤਾਈਂ ਇਸ ਤਰ੍ਹਾਂ ਕਿਹਾ ਹੈ। ਸੁਤ ਕੇ ਹੇਤ ਨਾ ਸੋਚ ਰਜਾਨਾ, ਕਹਿੰਦੇ ਰਾਜਨ ਹੁਣ ਤੂੰ ਆਪਣੇ ਪੁੱਤਰ ਬਾਰੇ ਨਾ ਸੋਚ। ਈਸ਼ਵਰ ਬਸੇ ਸਰਬ ਇਸ ਥਾਨਾ, ਜਿਹੜਾ ਈਸ਼ਵਰ ਪਰਮੇਸ਼ਰ ਹੈ ਨਾ ਉਹ ਸਾਰੀਆਂ ਥਾਵਾਂ ਤੇ ਹੀ ਵਸ ਰਿਹਾ ਹੈ। ਹੁਣ ਤੂੰ ਚਿੰਤਾ ਛੱਡ ਦੇ, ਪਹਿਲਾਂ ਤੇ ਚਿੰਤਾ ਕੀਤੀ ਨਹੀਂ, ਹੁਣ ਪੁੱਤਰ ਗਿਆ ਹੈ ਤਪ ਕਰਨ ਦੇ ਲਈ, ਤੇਰੇ ਮਨ ਵਿੱਚ ਚਿੰਤਾ ਆ ਰਹੀ ਹੈ, ਹੁਣ ਉਹਦੀ ਚਿੰਤਾ ਨਾ ਕਰ, ਉਹਦਾ ਰਾਖਾ ਤੇ ਪਰਮੇਸ਼ਰ ਹੈ। ਕਿਸ ਤਰ੍ਹਾਂ ਉਹ ਪਰਮੇਸ਼ਰ ਉੱਥੇ ਰੱਖਿਆ ਕਰ ਰਹੇ ਨੇ। ਲੰਮਾ ਸਮਾਂ ਭਗਤ ਧਰੂ ਜੀ ਨੇ ਜਿਸ ਤਰ੍ਹਾਂ ਬਨ ਵਿੱਚ ਤਪ ਕੀਤਾ ਹੈ, ਇਧਰ ਪਿਤਾ ਉਤਾਨਪਾਦ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਕਿ ਮੈਂ ਬਿਨਾਂ ਕਿਸੇ ਕਾਰਨ ਤੋਂ ਆਪਣੇ ਪੁੱਤਰ ਨੂੰ ਝਿੜਕ ਦਿੱਤਾ, ਘਰੋਂ ਕੱਢ ਦਿੱਤਾ। ਜਦੋਂ ਪਿਤਾ ਚੱਲ ਕੇ ਇਹਨਾਂ ਦੇ ਕੋਲ ਆਉਂਦੇ ਨੇ ਕਿ ਪੁੱਤਰ ਆ ਤੇ ਅੱਧਾ ਰਾਜ ਤੇਰਾ, ਤੇ ਧਰੂ ਜੀ ਸੁਣਦੇ ਨੇ ਹਲੇ ਤਾਂ ਮੈਂ ਤਪ ਕਰਨ ਵਾਸਤੇ ਤੁਰਿਆ ਸੀ, ਪਿਤਾ ਰਾਜ ਦੇਣ ਆ ਗਿਆ। ਜੇ ਪ੍ਰਭੂ ਦੀ ਭਗਤੀ ਕਰਾਂਗਾ ਤੇ ਕਿਹੜੀ ਵਸਤੂ ਦੀ ਕਿਹੜੀ ਚੀਜ਼ ਦੀ ਕਮੀ ਰਹਿ ਜਾਵੇਗੀ। ਜਿਸ ਤਰ੍ਹਾਂ ਧਰੂ ਜੀ ਨੇ ਤਪ ਕਰਕੇ ਅਬਚਲ ਰਾਜ ਪ੍ਰਾਪਤ ਕੀਤਾ ਹੈ। ਸੋ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਕਿ ਧਰੂ ਜੀ ਦਾ ਰਾਜ ਅੱਜ ਵੀ ਅਟਲ ਹੈ। ਅਬਚਲ ਰਾਜ ਉਹਨਾਂ ਨੇ ਪ੍ਰਾਪਤ ਕੀਤਾ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਰਹਿੰਦਾ ਪ੍ਰਸੰਗ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਇੱਥੇ ਸਮੇਂ ਦੀ ਸਮਾਪਤੀ ਹੈ।
ਇਸ ਤੋਂ ਬਾਅਦ ਸਤਿਗੁਰੂ ਜੀ ਧਰੋ ਜੀ ਨੂੰ ਦਰਸ਼ਨ ਦੇ ਕੇ ਸੱਚਖੰਡ ਪਹੁੰਚਦੇ ਹਨ। ਇਹ ਪ੍ਰਸੰਗ ਆਪਾਂ ਆਉਂਦੇ ਦੀਵਾਨਾਂ 'ਚ ਸਰਵਣ ਕਰਾਂਗੇ। ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੋ, ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹੋ, ਝੋਲੀ ਪਾਉਂਦੇ ਹੋ, ਉਹ ਵਿੱਚ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਕਮਾਈ ਕਰਕੇ, ਭਗਤੀ ਕਰਕੇ, ਸਿਮਰਨ ਕਰਕੇ ਇਹ ਦੇਹੀ ਨੂੰ ਸਫਲ ਕਰ ਸਕੀਏ। ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ, ਕਿਉਂਕਿ ਸਾਰੇ ਸੁੱਖਾਂ ਦਾ ਮੂਲ ਇੱਕੋ ਇੱਕ ਹੈ, ਉਹ ਪਰਮੇਸ਼ਰ ਦਾ ਨਾਮ ਹੈ। ਨਾਮ ਜਪ ਕੇ ਸਾਰੇ ਸੁੱਖ ਝੋਲੀ 'ਚ ਪੈਂਦੇ ਹਨ। ਸਾਰੇ ਪਦਾਰਥਾਂ ਦੀ ਪ੍ਰਾਪਤੀ ਨਾਮ ਜਪ ਕੇ ਹੁੰਦੀ ਹੈ, ਸੰਗਤ ਕਰਕੇ ਹੁੰਦੀ ਹੈ। ਅਰਦਾਸ ਕਰੀਏ ਕਿ ਸਾਨੂੰ ਵੀ ਸਤਿਗੁਰੂ ਤੁਰ ਉੱਠ ਕੇ ਨਾਮ ਦੀ ਦਾਤ ਝੋਲੀ ਵਿੱਚ ਪਾਉਣ। ਨਾਮ ਜਪ ਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕੀਏ। ਆਓ ਦੋ ਪੰਕਤੀਆਂ ਸਰਵਣ ਕਰੀਏ। ਇੱਥੇ ਸਮਾਪਤੀ ਹੈ ਜੀ। ਸੁਤ ਕੇ ਹੇਤ ਨ ਸੋਚ ਰਜਾਨਾ, ਈਸ਼ਵਰ ਬਸੇ ਸਰਬ ਸਥਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।